ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਮਾਰਚ ਮਹੀਨੇ ਦੇ ਇੰਪੋਰਟੈਂਟ ਕਰੰਟ ਅਫੇਅਰਸ। ਪਿਛਲੀਆਂ ਵੀਡੀਓਜ਼ ਜਨਵਰੀ ਤੇ ਫਰਵਰੀ ਮਹੀਨੇ ਦੀਆਂ ਆਲਰੇਡੀ ਆਪਾਂ ਬਣਾ ਚੁੱਕੇ ਹਾਂ ਤੇ ਮਾਰਚ ਮਹੀਨੇ ਦੀ ਵੀਡੀਓ ਤੁਹਾਨੂੰ ਹੁਣ ਪ੍ਰੋਵਾਈਡ ਕਰ ਰਹੇ ਹਾਂ। ਕਾਫੀ ਟਾਈਮ ਲੱਗ ਗਿਆ ਸਲਾਈਡਸ ਵਗੈਰਾ ਬਣਾਉਣ ਨੂੰ ਤੇ ਸਾਰਾ ਡਾਟਾ ਪਹਿਲਾਂ ਆਪ ਪੜ੍ਹਿਆ ਪੂਰੇ ਮੰਥ ਦਾ, ਹੈ ਨਾ, ਤੇ ਜ਼ਰੂਰੀ ਹੁੰਦਾ ਤੇ ਉਸ ਤੋਂ ਬਾਅਦ ਹੀ ਫਿਰ ਵੀਡੀਓ ਬਣਾਉਣ ਦਾ ਫਾਇਦਾ ਕੋਈ। ਤੇ ਬਾਕੀ ਉਹੀ ਤੁਸੀਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ, ਕਿਉਂਕਿ ਜਿੰਨੀ ਕੁ ਸਪੋਰਟ ਜ਼ਿਆਦਾ ਹੋਊਗੀ ਤਾਂ ਉਹ ਥੋੜ੍ਹੀ ਜਿਹੀ ਇਨਕਰੇਜਮੈਂਟ ਵੱਧ ਮਿਲਦੀ ਰਹਿੰਦੀ ਹੈ, ਹੈ ਨਾ। ਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ, ਹੈ ਨਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੰਪੋਰਟੈਂਟ ਡੇਜ਼ ਜਿਹੜੇ ਕਿ ਮਾਰਚ ਮਹੀਨੇ ਦੇ ਨਾਲ ਸੰਬੰਧਿਤ ਸੀਗੇ। ਤੇ ਇੱਕ ਪਿਛਲੇ ਮਹੀਨੇ ਦੇ ਵਿੱਚ ਫਰਵਰੀ ਦਾ ਇੱਕ ਇੰਪੋਰਟੈਂਟ ਡੇ ਆਪਣਾ ਰਹਿ ਗਿਆ ਸੀਗਾ, ਨੈਸ਼ਨਲ ਸਾਇੰਸ ਡੇ, ਜਿਹੜਾ ਕਿ 28 ਫਰਵਰੀ ਨੂੰ ਹੁੰਦਾ। ਠੀਕ ਆ। ਨੈਸ਼ਨਲ ਸਾਇੰਸ ਡੇ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜਾ ਆਪਣੇ ਇੰਡੀਆ ਦੇ ਇੱਕ ਮਸ਼ਹੂਰ ਫਿਜ਼ਿਸਿਸਟ CV ਰਮਨ ਜੀ, ਠੀਕ ਆ, ਤੇ ਨੋਬਲ ਲੌਰੀਏਟ ਸੀਗੇ ਉਹ। 1930 ਦੇ ਵਿੱਚ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ ਤੇ ਉਹਨਾਂ ਦੀ ਨਾਲ ਸੰਬੰਧਿਤ ਆ, ਉਹਨਾਂ ਦੀ ਬਰਥ ਐਨਵਰਸਰੀ ਹੁੰਦੀ ਆ ਤੇ ਨੈਸ਼ਨਲ ਸਾਇੰਸ ਡੇ ਮਨਾਇਆ ਜਾਂਦਾ ਉਸ ਦਿਨ। ਤੇ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਰਤਨ ਵੀ ਮਿਲਿਆ ਸੀਗਾ 1954 ਦੇ ਵਿੱਚ, ਜਦ ਪਹਿਲੀ ਵਾਰ ਭਾਰਤ ਰਤਨ ਦਿੱਤਾ ਗਿਆ ਸੀ ਨਾ, ਤੇ ਉਹਨਾਂ ਨੂੰ ਮਿਲਿਆ ਸੀਗਾ। ਤੇ ਨਾਲ ਦੋ ਜਣੇ ਹੋਰ ਸੀਗੇ, ਸੀ ਰਾਜਗੋਪਾਲਾਚਾਰੀ ਜੀ ਤੇ ਰਾਧਾ ਕ੍ਰਿਸ਼ਨਨ ਜੀ। ਤੇ ਇੱਕ ਇੰਟਰਸਟਿੰਗ ਗੱਲ ਇਹ ਆ ਵੀ ਇਹ ਤਿੰਨੋਂ ਬੰਦੇ ਤਾਮਿਲਨਾਡੂ ਤੋਂ ਸੀਗੇ ਜਿਨ੍ਹਾਂ ਨੂੰ ਫਸਟ ਭਾਰਤ ਰਤਨ ਮਿਲਿਆ ਸੀਗਾ। ਮਤਲਬ ਕਿ ਜਦੋਂ ਪਹਿਲੀ ਵਾਰ ਭਾਰਤ ਰਤਨ ਦਿੱਤਾ ਗਿਆ ਸੀ 1954 ਦੇ ਵਿੱਚ, 54 ਦੇ ਵਿੱਚ, ਹੈ ਨਾ। ਤੇ ਇਹ ਤਿੰਨ ਬੰਦੇ ਸੀਗੇ ਤੇ ਤਿੰਨੋਂ ਤਾਮਿਲਨਾਡੂ ਨੂੰ ਬਿਲੋਂਗ ਕਰਦੇ ਸੀਗੇ। ਹਾਂਜੀ, ਉਸ ਤੋਂ ਨੈਕਸਟ ਇਹਦਾ ਥੀਮ ਦੇਖ ਲੈਂਦੇ ਹਾਂ, ਫਿਊਚਰ ਆਫ STI ਇੰਪੈਕਟਸ ਔਨ ਐਜੂਕੇਸ਼ਨ ਸਕਿੱਲਸ ਐਂਡ ਵਰਕ। ਠੀਕ ਹੈ ਜੀ। ਫਿਰ ਉਸ ਤੋਂ ਅੱਗੇ ਨੈਕਸਟ ਜ਼ੀਰੋ ਡਿਸਕ੍ਰਿਮੀਨੇਸ਼ਨ ਡੇ 1 ਮਾਰਚ ਨੂੰ। 1 ਮਾਰਚ ਨੂੰ ਜ਼ੀਰੋ ਡਿਸਕ੍ਰਿਮੀਨੇਸ਼ਨ ਮਤਲਬ ਕਿ ਕੋਈ ਭੇਦਭਾਵ ਨਹੀਂ, ਭੇਦਭਾਵ ਨੂੰ ਖਤਮ ਕਰਨਾ। ਉਸ ਤੋਂ ਬਾਅਦ ਵਰਲਡ ਵਾਈਲਡ ਲਾਈਫ ਡੇ ਹੁੰਦਾ 3 ਮਾਰਚ ਨੂੰ, ਵਰਲਡ ਵਾਈਲਡ ਲਾਈਫ ਡੇ। ਹਾਂਜੀ, ਇਹ ਵਰਲਡ ਵਾਈਲਡ ਲਾਈਫ ਡੇ 3 ਮਾਰਚ ਨੂੰ ਕਿਉਂ ਸੈਲੀਬ੍ਰੇਟ ਕੀਤਾ ਜਾਂਦਾ? ਇੱਕ ਕਨਵੈਨਸ਼ਨ ਹੁੰਦੀ ਆ ਸਾਈਟਸ, CITES, ਇੱਕ ਤਾਂ ਲਿਖਣਾ ਜਾਂ ਬਹੁਤ ਔਖਾ, ਚਲੋ ਕੋਈ ਨਹੀਂ, ਤੁਸੀਂ ਸਮਝ ਲਓਗੇ। ਸਾਈਟਸ ਕਨਵੈਨਸ਼ਨ ਹੁੰਦੀ ਆ ਜਿਹੜੀ ਕਿ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ। ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਐਂਡੇਂਜਰਡ ਸਪੀਸੀਜ਼ ਆਫ ਵਾਈਲਡ ਫਲੋਰਾ ਐਂਡ ਫੌਨਾ। ਠੀਕ ਆ। ਤੇ ਇਹਦਾ ਮਤਲਬ ਕਿ ਮੇਨ ਮਕਸਦ ਇਸ ਕਨਵੈਨਸ਼ਨ ਦਾ ਕੀ ਆ, ਜਿਹੜੀ ਕਿ ਐਨੀਮਲ ਦੇ ਉੱਤੇ ਰਿਸਰਚ ਵਗੈਰਾ ਚੱਲਦੀ ਆ, ਹੈ ਨਾ, ਤੇ ਉਹਦੇ ਨਾਲ ਉਹਨਾਂ ਦੀ ਸਪੀਸੀਜ਼ 'ਤੇ ਕੋਈ ਇਫੈਕਟ ਨਾ ਪਵੇ। ਠੀਕ ਆ। ਉਹਨਾਂ ਦੀ ਲਾਈਵਜ਼ ਨੇ ਜਿਹੜੀਆਂ ਉਹ ਐਂਡੇਂਜਰ ਨਾ ਹੋਣ, ਤੇ ਉਹਦੇ ਲਈ ਇਹ ਕਨਵੈਨਸ਼ਨ 1973 ਦੇ ਵਿੱਚ ਸਾਈਨ ਕੀਤੀ ਗਈ ਸੀਗੀ, 1973 ਦੇ ਵਿੱਚ। ਆਹ ਤਾਂ ਲਿਖਣ ਦੀ ਲੋੜ ਹੀ ਨਹੀਂ ਸੀ, ਇੱਥੇ ਲਿਖ ਹੀ ਦਿੱਤਾ ਸੀ ਆਲਰੇਡੀ, ਹੈ ਨਾ। ਤੇ 1973 ਦੇ ਵਿੱਚ ਇਹ ਸਾਈਨ ਕੀਤੀ ਗਈ ਸੀ, 1975 ਦੇ ਵਿੱਚ ਇਫੈਕਟ ਦੇ ਵਿੱਚ ਆ ਗਈ ਸੀ। ਤੇ ਸਾਈਟਸ ਕਨਵੈਨਸ਼ਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਹੀ ਇਹ 3 ਮਾਰਚ ਨੂੰ ਆਪਾਂ ਵਰਲਡ ਵਾਈਲਡ ਲਾਈਫ ਡੇ ਮਨਾਉਂਦੇ ਹਾਂ। ਹਾਂਜੀ, ਉਸ ਤੋਂ ਨੈਕਸਟ ਈਅਰ 2023 ਡਿਕਲੇਅਰਡ ਐਜ਼ ਇੰਟਰਨੈਸ਼ਨਲ ਈਅਰ ਆਫ ਮਿਲਟਸ। ਮਿਲਟਸ ਕਈ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦੇ ਵਿੱਚੋਂ ਬਾਜਰਾ ਵੀ ਇੱਕ ਹੈ ਜਿਹੜਾ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਆ। ਤੇ ਇਹ ਜਿਹੜਾ ਇਸ ਵਾਰ ਸੀਗਾ ਇੰਟਰਨੈਸ਼ਨਲ ਈਅਰ ਆਫ ਮਿਲਟਸ, ਇਹਦਾ ਰੈਜ਼ੋਲਿਊਸ਼ਨ ਜਿਹੜਾ ਸਪੋਂਸਰ ਕੀਤਾ ਸੀ, ਮਤਲਬ ਕਿ ਪੁੱਟ ਫਾਰਵਰਡ ਕੀਤਾ ਸੀਗਾ, ਉਹ ਇੰਡੀਆ ਨੇ ਹੀ ਕੀਤਾ ਸੀਗਾ। ਠੀਕ ਹੈ ਜੀ। ਉਸ ਤੋਂ ਆ ਗਿਆ ਅੱਗੇ ਜਨ ਔਸ਼ਧੀ ਦਿਵਸ। ਠੀਕ ਆ। ਇਹ 7 ਮਾਰਚ ਨੂੰ ਮਨਾਇਆ ਜਾਂਦਾ। ਇਹਦਾ ਥੀਮ ਸੀਗਾ ਸੇਵਾ ਵੀ ਰੁਜ਼ਗਾਰ ਵੀ। ਉਸ ਤੋਂ ਨੈਕਸਟ ਇੰਟਰਨੈਸ਼ਨਲ ਵੂਮੈਨਸ ਡੇ। ਇਹ ਆਪਾਂ ਨੂੰ ਪਤਾ ਹੀ 8 ਮਾਰਚ ਨੂੰ ਹੁੰਦਾ ਤੇ ਵੂਮਨ ਐਮਪਾਵਰਮੈਂਟ ਲਈ, ਲੀਡਰਸ਼ਿਪ ਦੇ ਲਈ ਆਪਾਂ ਇਹ ਸੈਲੀਬ੍ਰੇਟ ਕਰਦੇ ਹਾਂ। ਤੇ ਮਾਰਚ ਮਹੀਨੇ ਦੇ ਵਿੱਚ ਕਾਫੀ ਸਾਰੀਆਂ ਸਕੀਮਸ ਵੱਖ-ਵੱਖ ਗੌਰਮੈਂਟਸ ਲਾਂਚ ਕਰਦੀਆਂ ਨੇ ਵੂਮੈਨ ਦੇ ਨਾਲ ਰਿਲੇਟਡ, ਵੂਮਨ ਐਮਪਾਵਰਮੈਂਟ ਦੇ ਨਾਲ ਰਿਲੇਟਡ। ਤੇ ਥੀਮ ਸੀਗਾ ਇਸ ਵਾਰ ਵੂਮੈਨ ਇਨ ਲੀਡਰਸ਼ਿਪ ਅਚੀਵਿੰਗ ਐਨ ਇਕੁਅਲ ਫਿਊਚਰ ਇਨ ਅ COVID-19 ਵਰਲਡ। ਉਸ ਤੋਂ ਆ ਗਿਆ ਅੱਗੇ ਵਰਲਡ ਕੰਜ਼ਿਊਮਰ ਰਾਈਟਸ ਡੇ। ਕੰਜ਼ਿਊਮਰ ਰਾਈਟਸ ਡੇ
15 ਮਾਰਚ ਨੂੰ ਮਨਾਇਆ ਜਾਂਦਾ। ਥੀਮ ਸੀਗਾ ਟੈਕਲ ਪਲਾਸਟਿਕ ਪੋਲਿਊਸ਼ਨ। ਉਸ ਤੋਂ ਬਾਅਦ ਆ ਗਿਆ ਅੱਗੇ ਨੈਸ਼ਨਲ ਇਮਿਊਨਾਈਜੇਸ਼ਨ ਡੇ। ਇਮਿਊਨਾਈਜੇਸ਼ਨ ਡੇ 16 ਮਾਰਚ ਨੂੰ ਮਨਾਇਆ ਜਾਂਦਾ, ਠੀਕ ਆ। ਉਸ ਤੋਂ ਬਾਅਦ ਇੰਟਰਨੈਸ਼ਨਲ ਹੈਪੀਨੈਸ ਡੇ। ਹੈਪੀਨੈਸ ਡੇ 20 ਮਾਰਚ 20 ਮਾਰਚ ਨੂੰ ਮਨਾਇਆ ਜਾਂਦਾ। ਇਹਦਾ ਥੀਮ ਸੀਗਾ ਕੀਪ ਕਾਮ, ਸਟੇ ਵਾਈਜ਼, ਬੀ ਕਾਈਂਡ। ਉਸ ਤੋਂ ਨੈਕਸਟ ਵਰਲਡ ਫੋਰੈਸਟ ਡੇ 21 ਮਾਰਚ ਨੂੰ ਹੁੰਦਾ, ਠੀਕ ਆ। ਤੇ ਫੋਰੈਸਟ ਰੀਸਟੋਰੇਸ਼ਨ, ਜਿਹੜਾ ਕਿ ਅੱਜ ਕੱਲ੍ਹ ਫੋਰੈਸਟ ਕਵਰ ਬਹੁਤ ਘਟੀ ਜਾਂਦਾ, ਆਪਾਂ ਨੂੰ ਪਤਾ ਹੀ ਆ, ਅਰਬਨਾਈਜੇਸ਼ਨ ਨੇ ਬਹੁਤ ਕੰਮ ਖਰਾਬ ਕਰਤਾ ਨਾ। ਤੇ ਫੋਰੈਸਟ ਤੋਂ ਬਿਨਾਂ ਆਪਾਂ ਨੂੰ ਇਹ ਵੀ ਪਤਾ ਵੀ ਆਪਣੀ ਹੋਂਦ ਵੀ ਹੈ ਨਹੀਂ। ਤੇ ਥੀਮ ਸੀਗਾ ਫੋਰੈਸਟ ਰੀਸਟੋਰੇਸ਼ਨ, ਆ ਪਾਥ ਟੂ ਰਿਕਵਰੀ ਐਂਡ ਵੈਲਬੀਂਗ। ਉਸ ਤੋਂ ਬਾਅਦ ਆ ਗਿਆ ਵਰਲਡ ਵਾਟਰ ਡੇ WWD 22 ਮਾਰਚ। ਥੀਮ ਸੀਗਾ ਵੈਲਿਊਇੰਗ ਵਾਟਰ, ਜਾਣੀ ਕਿ ਪਾਣੀ ਦੀ ਵੈਲਿਊ ਦਾ ਇੱਕ ਤਰ੍ਹਾਂ ਨਾਲ ਵੈਲਿਊ ਕਦਰ ਕਰਨੀ ਪਾਣੀ ਦੀ। ਅਰੁਣਾਚਲ ਡੈਡੀਕੇਟਡ 2021 ਐਜ਼ ਦਾ ਈਅਰ ਆਫ ਐਜੂਕੇਸ਼ਨ। ਅਰੁਣਾਚਲ ਪ੍ਰਦੇਸ਼ ਵਾਲਿਆਂ ਨੇ 2021 ਨੂੰ ਈਅਰ ਆਫ ਐਜੂਕੇਸ਼ਨ ਡੈਡੀਕੇਟ ਕੀਤਾ ਹੈ, ਮਤਲਬ 2021। ਉਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਇੰਪੋਰਟੈਂਟ ਬੁੱਕਸ ਜਿਹੜੀਆਂ ਮਾਰਚ ਦੇ ਨਾਲ ਸੰਬੰਧਿਤ ਨੇ। ਮੈਂ ਫੋਟੋਆਂ ਵੀ ਲਾਈਆਂ ਨੇ ਇੱਕ ਦੋ। ਦ ਚੀਫ ਵਿਟਨੈਸ, ਐਸਕੇਪ ਫਰੋਮ ਚਾਈਨਾਜ਼ ਮਾਡਰਨ ਡੇ ਕੰਸਨਟ੍ਰੇਸ਼ਨ ਕੈਂਪਸ ਬਾਏ ਸੈਰਾਗੁਲ ਸੋਚਬੇ ਐਂਡ ਅਲੈਗਜ਼ੈਂਡਰਾ ਕੈਵੇਲੀਅਸ, ਠੀਕ ਆ। ਇਹ ਕੰਸਨਟ੍ਰੇਸ਼ਨ ਕੈਂਪ ਕੀ ਹੁੰਦੇ ਨੇ, ਮਤਲਬ ਕਿ ਇੱਕ ਤਰ੍ਹਾਂ ਨਾਲ ਜਿਹੜੀ ਮਾਈਨੋਰਿਟੀ ਕਮਿਊਨਿਟੀਜ਼ ਜਾਂ ਰਿਫਿਊਜੀਜ਼ ਵੱਖ-ਵੱਖ ਕੰਟਰੀਜ਼ ਦੇ ਵਿੱਚ ਆਪਾਂ ਦੇਖਦੇ ਹਾਂ। ਤੇ ਵਰਲਡ ਵਾਰ 2 ਦੇ ਸਮੇਂ ਹਿਟਲਰ ਦੇ ਦੌਰਾਨ ਕੰਸਨਟ੍ਰੇਸ਼ਨ ਕੈਂਪਸ ਜਿਊਜ਼ ਨੂੰ ਰੱਖਿਆ ਜਾਂਦਾ ਸੀਗਾ, ਹੈ ਨਾ। ਤੇ ਇਹਨਾਂ ਦੇ ਨਾਲ ਬਹੁਤ ਹੀ ਉੱਥੇ ਮਾੜਾ ਵਿਹਾਰ ਕੀਤਾ ਜਾਂਦਾ, ਠੀਕ ਆ। ਤੇ ਇਹ ਕੰਸਨਟ੍ਰੇਸ਼ਨ ਕੈਂਪ ਮਤਲਬ ਕਿ ਚੀਫ ਵਿਟਨੈਸ ਐਸਕੇਪ ਫਰੋਮ ਚਾਈਨਾਜ਼ ਮਾਡਰਨ ਡੇ ਕੰਸਨਟ੍ਰੇਸ਼ਨ ਕੈਂਪ। ਹੁਣ ਜੇ ਕਿਸੇ ਨੂੰ ਪਤਾ ਹੋਵੇ, ਚਾਈਨਾ ਦੇ ਵਿੱਚ ਉਈਗੁਰ ਮੁਸਲਿਮਸ ਨੇ, ਮਾਈਨੋਰਿਟੀ ਕਮਿਊਨਿਟੀ ਆ, ਤੇ ਉਹਨਾਂ ਦੇ ਨਾਲ ਬਹੁਤ ਹੀ ਉੱਥੇ ਮਾੜਾ ਸਲੂਕ ਕੀਤਾ ਜਾਂਦਾ। ਤੇ ਇੱਕ ਤਰ੍ਹਾਂ ਨਾਲ ਉਹ ਕੰਸਨਟ੍ਰੇਸ਼ਨ ਕੈਂਪਸ ਦੇ ਵਿੱਚ ਹੀ ਰੱਖੇ ਜਾਂਦੇ ਨੇ, ਮਾਡਰਨ ਡੇ ਕੰਸਨਟ੍ਰੇਸ਼ਨ ਕੈਂਪਸ ਕਹਿ ਦਿੰਦੇ ਆਪਾਂ ਇਹਨਾਂ ਨੂੰ। ਤੇ ਕਿਤਾਬ ਦਾ ਟਾਈਟਲ ਤੁਸੀਂ ਦੇਖ ਹੀ ਸਕਦੇ ਹੋ। ਉਸ ਤੋਂ ਅੱਗੇ ਨੈਕਸਟ ਕਿਤਾਬ ਦ ਮਿਸਟਰੀ ਆਫ ਦ ਪਾਰਸੀ ਲਾਇਰ। ਆਹ ਦੇਖੋ ਇੱਥੇ ਲਾਈ ਆ ਫੋਟੋ ਇਹਦੀ ਮੈਂ। ਸ਼ਰਬਨੀ ਬਾਸੂ ਨੇ ਲਿਖੀ ਆ ਦ ਮਿਸਟਰੀ ਆਫ ਪਾਰਸੀ ਲਾਇਰ। ਉਸ ਤੋਂ ਬਾਅਦ ਆ ਰੋਡ ਮੈਪ ਫॉर ਆਂਟਰਪ੍ਰੇਨਿਓਰ, ਆਥਰਡ ਬਾਏ ਜਤਿੰਦਰ ਗੁਪਤਾ। ਜਤਿੰਦਰ ਗੁਪਤਾ ਨੇ ਲਿਖੀ ਆ। ਉਸ ਤੋਂ ਬਾਅਦ ਇੱਕ ਬੁੱਕਲੈਟ ਸੀਗੀ ਟਰਾਈਬਲ ਹੈਰੀਟੇਜ ਤੇ ਮੱਧ ਪ੍ਰਦੇਸ਼ 'ਚ ਰਿਲੀਜ਼ ਕੀਤੀ ਗਈ ਸੀਗੀ, HRD ਮਿਨਿਸਟਰ ਨੇ ਕੀਤੀ ਆਈ ਥਿੰਕ, ਬੰਗੀ। ਉਸ ਤੋਂ ਬਾਅਦ ਮਾਈ ਐਕਸਪੈਰੀਮੈਂਟਸ ਵਿਦ ਸਾਇਲੈਂਸ ਬਾਏ ਸਮੀਰ ਸੋਨੀ। ਇੱਕ ਕਿਤਾਬ ਸੀਗੀ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ, ਉਹ ਗਾਂਧੀ ਦੁਆਰਾ ਲਿਖੀ ਗਈ ਸੀਗੀ, ਮਹਾਤਮਾ ਗਾਂਧੀ ਦੁਆਰਾ। ਉਸ ਤੋਂ ਨੈਕਸਟ ਆਪਾਂ ਦੇਖ ਲੈਂਦੇ ਹਾਂ ਅਵਾਰਡਸ ਐਂਡ ਆਨਰਸ। ਹਾਂਜੀ, ਉਹ ਫੋਟੋ ਲਾਈ ਆਪਾਂ ਕੋਨੇਰੂ ਹੰਪੀ ਦੀ ਆ, ਇੰਡੀਆ ਦੀ ਮਤਲਬ ਉਸ ਟਾਈਮ ਦੀ ਯੰਗੈਸਟ ਗ੍ਰੈਂਡ ਮਾਸਟਰ ਸੀਗੇ। ਤਕਰੀਬਨ 15-15.5 ਸਾਲ ਦੀ ਉਮਰ ਦੇ ਵਿੱਚ ਚੈਸ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ। ਕੋਨੇਰੂ ਹੰਪੀ ਨੂੰ ਇਸ ਵਾਰ BBC ਇੰਡੀਅਨ ਸਪੋਰਟਸ ਵੂਮਨ ਆਫ ਦਾ ਈਅਰ ਅਵਾਰਡ ਮਿਲਿਆ। ਤੇ ਇਹ ਆਪਣੇ ਕਰੰਟ ਵਰਲਡ ਚੈਂਪੀਅਨ ਵੀ ਨੇ ਰੈਪਿਡ ਕੈਟੇਗਰੀ ਦੇ ਵਿੱਚ। ਚੈਸ ਦੀਆਂ ਕਈ ਕੈਟੇਗਰੀਜ਼ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਇੱਕ ਰੈਪਿਡ ਹੁੰਦੀ ਆ, ਤੇ ਉਸ ਕੈਟੇਗਰੀ ਦੇ ਵਿੱਚ ਇਹ ਇਸ ਟਾਈਮ ਵਰਲਡ ਚੈਂਪੀਅਨ ਵੀ ਨੇ, ਠੀਕ ਆ। ਤੇ ਇਹ ਉਹਨਾਂ ਦੀ ਫੋਟੋ ਆ ਕੋਨੇਰੂ ਹੰਪੀ, ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਗੋਲਡਨ ਗਲੋਬ ਅਵਾਰਡਸ। ਗੋਲਡਨ ਗਲੋਬ ਫਿਲਮ ਤੇ TV ਦੀ ਦੁਨੀਆ ਨਾਲ ਸੰਬੰਧਿਤ ਨੇ। ਬੈਸਟ ਫਿਲਮ ਡਰਾਮਾ ਕੈਟੇਗਰੀ ਦੇ ਵਿੱਚ ਨੋਮੈਡਲੈਂਡ। ਉਸ ਤੋਂ ਬਾਅਦ ਬੈਸਟ ਫਿਲਮ ਇਨ ਮਿਊਜ਼ੀਕਲ ਕਾਮੇਡੀ ਬੋਰਾਤ, ਸਬਸੀਕੁਐਂਟ ਕਾਮੇਡੀ ਸੀਗੀ ਇਹ। ਤੇ ਇਸ ਤੋਂ ਪਹਿਲਾਂ ਬੋਰਾਤ ਸਿੰਗਲ ਬੋਰਾਤ ਫਿਲਮ ਵੀ ਆ ਚੁੱਕੀ ਆ, ਮਤਲਬ ਉਹਦਾ ਸੀਕੁਅਲ ਸੀ ਇੱਕ ਤਰ੍ਹਾਂ ਨਾਲ, ਸੈਕਿੰਡ ਪਾਰਟ। ਬੈਸਟ ਐਕਟਰ ਇਨ ਡਰਾਮਾ, ਹਾਂਜੀ ਚੈਡਵਿਕ ਬੋਜ਼ਮੈਨ, ਜੇ ਕਿਸੇ ਨੂੰ ਪਤਾ ਹੋਵੇ, ਇਹਨਾਂ ਦੀ ਡੈਥ ਹੋ ਗਈ ਸੀ, ਕਾਫੀ ਫੇਮਸ ਐਕਟਰ ਸੀਗੇ ਇਹ। ਤੇ ਸੁਪਰ ਹੀਰੋ ਵਾਲੀ ਫਿਲਮ ਸੀਗੀ ਲਾਸਟ ਇਹਨਾਂ ਦੀ, ਉਹ ਸ਼ਾਇਦ ਦੇਖੀ ਵੀ ਹੋਵੇ ਤੁਹਾਡੇ ਜੋ ਬਹੁਤ ਜਾਣਿਆਂ ਨੇ, ਨਾਂ ਭੁੱਲ ਗਿਆ ਫਿਲਮ ਦਾ। ਫॉर ਮਾਰੇਨੀਜ਼ ਬਲੈਕ ਬਾਟਮ ਫਿਲਮ ਦਾ ਨਾਮ ਸੀ, ਜਿਹਦੇ ਲਈ ਬੈਸਟ ਐਕਟਰ ਦਿੱਤਾ ਗਿਆ ਸੀ। ਕੋਲਨ ਕੈਂਸਰ ਸੀਗਾ ਇਹਨਾਂ ਨੂੰ, ਡੈਥ ਹੋ ਗਈ ਇਹਨਾਂ ਦੀ। ਉਸ ਤੋਂ ਬਾਅਦ ਬੈਸਟ ਐਕਟਰਸ ਇਨ ਡਰਾਮਾ ਮੋਸ਼ਨ ਪਿਕਚਰ ਐਂਡਰਾ ਡੇ ਫॉर ਯੂਨਾਈਟਿਡ ਸਟੇਟਸ ਵਰਸਸ ਬਿਲੀ ਹੌਲੀਡੇ, ਬੈਸਟ ਐਕਟਰਸ ਐਂਡਰਾ ਡੇ। ਉਸ ਤੋਂ ਬਾਅਦ ਬੈਸਟ ਫੋਰਨ ਲੈਂਗੁਏਜ ਫਿਲਮ ਮਿਨਾਰੀ,
ਕੋਰੀਅਨ ਫਿਲਮ ਸੀਗੀ ਮਿਨਾਰੀ। ਇੱਕ ਕੋਰੀਅਨ ਫਿਲਮ ਆਪਾਂ ਨੇ ਦੇਖੀ ਸੀਗੀ ਜਿਹਨੂੰ ਔਸਕਰ ਮਿਲਿਆ ਸੀਗਾ, ਨਾਮ ਭੁੱਲ ਗਿਆ ਉਹਦਾ, ਇੱਕ ਮਿੰਟ ਮੈਂ ਯਾਦ ਕਰ ਲਾਂ। ਪੈਰਾਸਾਈਟ ਸੀਗੀ, ਠੀਕ ਆ। ਉਸ ਤੋਂ ਬਾਅਦ ਨੈਕਸਟ ਅੱਗੇ ਦੇਖਦੇ ਹਾਂ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਸਟੇਸ਼ਨ, ਹਾਂਜੀ, ਉੱਥੇ ਮਹਾਰਾਸ਼ਟਰ ਦੇ ਵਿੱਚ ਆ। ਇਹਨੂੰ ਗੋਲਡ ਸਰਟੀਫਿਕੇਸ਼ਨ ਦਿੱਤੀ ਆ ਇੰਡੀਅਨ ਗ੍ਰੀਨ ਬਿਲਡਿੰਗ ਕਾਊਂਸਲ ਨੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫੋਟੋ ਲੱਗੀ ਆ ਗੁਰਦੇਵ ਸਿੰਘ ਰੁਪਾਣਾ ਜੀ, ਠੀਕ ਆ, ਆਪਣੇ ਪੰਜਾਬੀ ਦੇ ਬਹੁਤ ਫੇਮਸ ਰਾਈਟਰ ਨੇ, ਸਟੋਰੀ ਰਾਈਟਰ ਮੇਨਲੀ, ਅਤੇ ਉਹਨਾਂ ਨੂੰ ਇਸ ਵਾਰ ਸਾਹਿਤ ਅਕੈਡਮੀ ਅਵਾਰਡ ਜਿਹੜਾ ਉਹ ਮਿਲਿਆ। ਸਾਹਿਤ ਅਕੈਡਮੀ ਅਵਾਰਡ ਵੱਖ-ਵੱਖ ਲੈਂਗੁਏਜਸ ਦੇ ਵਿੱਚ ਦਿੱਤਾ ਜਾਂਦਾ, ਅਤੇ ਪੰਜਾਬੀ ਦੇ ਲਈ ਇਹਨਾਂ ਨੂੰ ਇਸ ਵਾਰ ਰੈਕੋਗਨਾਈਜ਼ ਕੀਤਾ ਗਿਆ। ਅਤੇ ਆਮ ਖਾਸ ਇੱਕ ਸਟੋਰੀ ਦੀ ਬੁੱਕ ਸੀਗੀ ਜਿਹੜੀ ਇਹਨਾਂ ਦੀ, ਉਹਨੂੰ ਉਹਦੇ ਲਈ ਇਹਨਾਂ ਨੂੰ ਮਤਲਬ ਸਾਹਿਤ ਅਕੈਡਮੀ ਅਵਾਰਡ ਦਿੱਤਾ ਗਿਆ, ਠੀਕ ਆ। ਇਸ ਤੋਂ ਇਲਾਵਾ ਇਹਨਾਂ ਦੀਆਂ ਹੋਰ ਵੀ ਬਹੁਤ ਫੇਮਸ ਕੁਛ ਰਚਨਾਵਾਂ ਜਾਂ ਸਟੋਰੀਜ਼ ਬੁੱਕਸ ਹੈਗੀਆਂ ਨੇ, ਅਤੇ ਉਹਨਾਂ ਦੇ ਕੁਛ ਦੇ ਤੁਹਾਨੂੰ ਨਾਮ ਦੱਸ ਦਿੰਦਾ, ਜਿਵੇਂ ਕਿ ਹਵਾ ਅਤੇ ਸ਼ੀਸ਼ਾ, ਕਾਫੀ ਫੇਮਸ ਨੇ ਆਲਰੇਡੀ। ਅਤੇ ਇਸ ਵਾਰ ਇਹਨਾਂ ਨੂੰ ਜਾਣੀ ਪੰਜਾਬੀ ਸਾਹਿਤ ਦੇ ਲਈ ਮਿਲਿਆ ਪੁਰਸਕਾਰ। ਉਸ ਤੋਂ ਬਾਅਦ ਇੱਕ ਹੁੰਦਾ ਵਿਆਸ ਸਨਮਾਨ। ਵਿਆਸ ਸਨਮਾਨ ਹਿੰਦੀ ਰਾਈਟਰਸ ਨੂੰ ਹੀ ਦਿੱਤਾ ਜਾਂਦਾ। ਇੱਕ ਹੁੰਦਾ ਵਿਆਸ ਸਨਮਾਨ, ਠੀਕ ਆ। ਉਸ ਤੋਂ ਬਾਅਦ ਇੱਕ ਹੁੰਦਾ ਸਰਸਵਤੀ ਸਨਮਾਨ, ਅਤੇ ਇਹ ਯਾਦ ਰੱਖਣ ਦੀ ਲੋੜ ਆ। ਉਸ ਤੋਂ ਬਾਅਦ ਇੱਕ ਹੁੰਦਾ ਗਿਆਨਪਿੱਥ, ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਹੁੰਦਾ, JNAN, ਗਿਆਨਪਿੱਥ ਕਹਿ ਦਿੰਦੇ ਆਪਾਂ ਉਹਨੂੰ, ਠੀਕ ਆ। ਅਤੇ ਵਿਆਸ ਸਨਮਾਨ ਮੇਨਲੀ ਹਿੰਦੀ ਦੇ ਰਾਈਟਰਸ ਨੂੰ ਇਹ ਦਿੱਤਾ ਜਾਂਦਾ। ਇਹ ਮਿਲਿਆ ਇਸ ਵਾਰ ਸ਼ਰਦ ਪਗਾੜੇ ਫॉर ਨਾਵਲ ਪਾਟਲੀਪੁੱਤਰੂ ਕੀ ਸਮਰਾਗੀ। ਉਸ ਤੋਂ ਬਾਅਦ ਨਿਊਰਮਬਰਗ ਇੰਟਰਨੈਸ਼ਨਲ ਹਿਊਮਨ ਰਾਈਟਸ ਅਵਾਰਡ ਗਿਵਨ ਟੂ ਸਾਇਰਾ ਗੁਲ ਸਾਊਥਵੇ, ਯਾਨੀ ਕਿ ਜਿਨ੍ਹਾਂ ਦੀ ਆਪਾਂ ਨੇ ਕਿਤਾਬ ਦੇਖੀ ਸੀ ਨਾ, ਅਤੇ ਉਹਨਾਂ ਨੂੰ ਹੀ ਮਿਲਿਆ। ਉਹ ਚਾਈਨਾ ਵਾਲੀ ਕਿਤਾਬ ਸੀਗੀ ਜਿਹੜੀ। ਅਤੇ ਇਹ ਨਿਊਰਮਬਰਗ ਵੈਸੇ ਇੱਕ ਜਗ੍ਹਾ ਜਰਮਨੀ ਦੇ ਵਿੱਚ, ਉੱਥੇ ਟਰਾਇਲ ਚੱਲਿਆ ਸੀਗਾ ਵਾਰ ਵਿਕਟਿਮਸ ਦਾ, ਯਾਨੀ ਕਿ ਵਰਲਡ ਵਾਰ 2 ਦੇ ਦੌਰਾਨ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਹੋਏ ਸੀ ਮੇਨ, ਹੈ ਨਾ, ਵੀ ਕੰਸਨਟ੍ਰੇਸ਼ਨ ਕੈਂਪਸ ਦੇ ਵਿੱਚ ਜਿਨ੍ਹਾਂ ਨੇ ਜਿਊਸ 'ਤੇ ਬਹੁਤ ਅਤਿਆਚਾਰ ਕੀਤਾ ਸੀ। ਨਿਊਰਮਬਰਗ ਇੱਕ ਜਗ੍ਹਾ ਜਰਮਨੀ ਦੇ ਵਿੱਚ, ਯਾਦ ਰੱਖ ਲਿਓ। ਸੁਚਿਤਰਾ ਦੁਰਾਈ, ਇੰਡੀਅਨ ਐਂਬੈਸਡਰ ਟੂ ਥਾਈਲੈਂਡ, ਰਿਸੀਵਡ ਕਿੰਗ ਭੂਮੀਬੋਲ ਵਰਲਡ ਸੋਇਲ ਡੇ ਅਵਾਰਡ ਮਿਲਿਆ ਉਹਨਾਂ ਨੂੰ, ਠੀਕ ਆ, ਔਨ ਬਿਹਾਫ ਆਫ ICAR, ਇੰਡੀਅਨ ਕਾਊਂਸਲ ਫॉर ਐਗਰੀਕਲਚਰ ਰਿਸਰਚ ਦੇ ਬੇਸ ਮਤਲਬ ਕਿ ਆਧਾਰ 'ਤੇ ਰਿਸੀਵ ਕੀਤਾ। ਸੁਚਿਤਰਾ ਦੁਰਾਈ ਨੇ ਆਪਣੇ ਥਾਈਲੈਂਡ ਦੇ ਵਿੱਚ ਐਂਬੈਸਡਰ ਨੇ, ਥਾਈਲੈਂਡ ਦੇ ਕਿੰਗ ਸੀਗੇ ਭੂਮੀਬੋਲ, ਮਤਲਬ ਹੈਗੇ ਨੇ। ਅਤੇ ਇਹ ਜਿਹੜਾ ਅਵਾਰਡ ਦਿੱਤਾ ਜਾਂਦਾ, ਅਤੇ ਇੱਕ ICAR ਦੇ ਬਿਹਾਫ 'ਤੇ ਉਹਨਾਂ ਨੇ ਉੱਥੇ ਰਿਸੀਵ ਕੀਤਾ ਆ। ਮੁੰਬਈ ਨੇ ਵਿਜੇ ਹਜ਼ਾਰੇ ਟਰੋਫੀ ਜਿੱਤੀ ਆਫਟਰ ਬੀਟਿੰਗ ਯੂਪੀ ਨੂੰ ਹਰਾ ਕੇ ਮੁੰਬਈ ਨੇ ਕ੍ਰਿਕਟ ਦੇ ਵਿੱਚ, ਠੀਕ ਆ। ਵਿਜੇ ਹਜ਼ਾਰੇ ਟਰੋਫੀ ਯਾਦ ਰੱਖਣ ਦੀ ਲੋੜ ਆ ਵੀ ਕ੍ਰਿਕਟ ਲਈ ਹੈ। ਉਸ ਤੋਂ ਬਾਅਦ ਗਾਂਧੀ ਪੀਸ ਪ੍ਰਾਈਜ਼ 2020 ਦਾ ਸ਼ੇਖ ਮੁਜਬਰ ਰਹਿਮਾਨ ਨੂੰ ਮਿਲਿਆ। ਸ਼ੇਖ ਮੁਜਬਰ ਰਹਿਮਾਨ ਮਤਲਬ ਕਿ ਬੰਗਲਾਦੇਸ਼ ਦੇ ਇੱਕ ਫਾਊਂਡਿੰਗ ਫਾਦਰ ਨੇ। 1975 ਦੇ ਵਿੱਚ ਇਹਨਾਂ ਦੀ ਤਾਂ ਡੈਥ ਹੋ ਗਈ ਸੀ, ਅਸੈਸੀਨੇਟ ਕਰਤੇ ਸੀਗੇ। 1 ਕਰੋੜ ਦਾ ਨਕਦ ਪ੍ਰਾਈਜ਼ ਵੀ ਹੁੰਦਾ ਇਸ ਦੇ ਵਿੱਚ, ਅਤੇ ਉਹ ਇਸ ਵਾਰ ਇਹਨਾਂ ਦੀਆਂ ਡਾਟਰਸ ਨੇ ਰਿਸੀਵ ਕੀਤਾ ਇਹ ਪ੍ਰਾਈਜ਼ ਉਹਨਾਂ ਦੇ ਬਿਹਾਫ 'ਤੇ, ਠੀਕ ਆ। ਉਸ ਤੋਂ ਬਾਅਦ ਇੰਪੋਰਟੈਂਟ ਅਪੁਆਇੰਟਮੈਂਟਸ ਦੇਖ ਲੈਂਦੇ ਹਾਂ। ਤਰੁਣ ਬਜਾਜ ਐਡੀਸ਼ਨਲ ਚਾਰਜ ਆਫ ਰੈਵਨਿਊ ਸੈਕਟਰੀ ਇੰਡੀਆ ਦੇ ਐਡੀਸ਼ਨਲ ਚਾਰਜ ਮਿਲਿਆ। ਜੈਦੀਪ ਭਟਨਾਗਰ ਡਾਇਰੈਕਟਰ ਜਨਰਲ ਆਫ ਪ੍ਰੈਸ ਇਨਫੋਰਮੇਸ਼ਨ ਬਿਊਰੋ PIB। ਉਸ ਤੋਂ ਬਾਅਦ ਮਜੂ ਵਰਗੀਸੀ ਅਪੁਆਇੰਟਡ ਐਜ਼ ਦੀ ਡੈਪੂਟੀ ਅਸਿਸਟੈਂਟ ਟੂ US ਪ੍ਰੈਜ਼ੀਡੈਂਟ ਦੇ ਡੈਪਟੀ ਅਸਿਸਟੈਂਟ ਬਣੇ ਨੇ। ਉਸ ਤੋਂ ਬਾਅਦ ਮੈਰੀ ਕੋਮ, ਆਪਾਂ ਨੂੰ ਪਤਾ ਹੀ ਹੈ ਬਾਕਸਿੰਗ ਦੇ ਵਿੱਚ ਬਹੁਤ ਵੱਡਾ ਨਾਮ ਆ, ਅਪੁਆਇੰਟਡ ਐਜ਼ ਦਾ ਚੇਅਰਪਰਸਨ ਆਫ AIBA। ਹੁਣ AIBA ਕੀ ਹੈ? ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ। ਹੁਣ ਜੇ ਆਪਾਂ ਦੇਖੀਏ AIBA ਲਿਖਿਆ ਹੋਇਆ, ਤਾਂ ਇਹਦੇ ਵਿੱਚ ਜੇ ਨਾਮ ਦੇ ਨਾਲ ਆਪਾਂ ਐਬਰੀਵੇਸ਼ਨ ਨੂੰ ਕੰਪੇਅਰ ਕਰਨ ਲੱਗ ਜਾਈਏ ਤਾਂ ਇਹ ਕਿਤੇ ਆਪਾਂ ਨੂੰ ਨਜ਼ਰ ਤਾਂ ਨਹੀਂ ਆਉਂਦਾ, ਕਿਉਂਕਿ AIBA ਜਿਹੜਾ ਇੱਕ ਫਰੈਂਚ ਐਬਰੀਵੇਸ਼ਨ ਆ ਵੈਸੇ। ਅਤੇ ਜਿਵੇਂ FIFA ਦੀ ਵੀ ਐਬਰੀਵੇਸ਼ਨ ਦੀ ਫੁੱਲ ਫੋਰਮ ਹੋਰ ਆ, ਐਵੇਂ AIBA ਦੀ ਵੀ ਇੰਗਲਿਸ਼ ਦੇ ਵਿੱਚ ਕੁਛ ਹੋਰ ਬਣ ਜਾਂਦੀ ਆ। ਅਤੇ ਉਸ ਤੋਂ ਬਾਅਦ GR ਚਿੰਤਲਾ ਅਪੁਆਇੰਟਡ ਐਜ਼ ਦਾ ਚੇਅਰਮੈਨ ਆਫ ਏਸ਼ੀਆ ਪੈਸੀਫਿਕ ਰੂਰਲ ਐਂਡ ਐਗਰੀਕਲਚਰ ਕ੍ਰੈਡਿਟ ਐਸੋਸੀਏਸ਼ਨ। ਹੁਣ ਐਗਰੀਕਲਚਰ ਨਾਲ ਸੰਬੰਧਿਤ ਸੀਗਾ ਤਾਂ ਕਰਕੇ ਐਡ ਕਰਤਾ ਸੀ GR ਚਿੰਤਲਾ, ਇਹ ਵੀ ਯਾਦ ਰੱਖ ਲਿਓ।
GP Samantha अपॉइंटेड एज द चीफ स्टैटिस्टिशियन ऑफ इंडिया। हाँ जी, चीफ स्टैटिस्टिशियन बने ने GP समांता, ये भी याद कर लियो। मार्क रट चौथी बार नीदरलैंड के प्रधानमंत्री बने ने, मार्क रट, जानी कि जिन्होंने पहला हॉलैंड कहते सी, यूरोपीयन कंट्री, ठीक है। एम्स्टरडैम कैपिटल आ ते यूरो करंसी। हाँ जी, डिफेंस के नाल कुछ रिलेटेड न्यूज़। आर्मी टू इंडक्ट 6000 लाइट मशीन गनज नेम्ड नागेव, नेगेव फ्रॉम इजराइल। हाँ जी, इजराइल तो इंडक्ट करनगे इंडियन आर्मी ਦੇ ਵਿੱਚ 6000 ਲਾਈਟ ਮਸ਼ੀਨ ਗਨਸ। ਉਸ ਤੋਂ ਬਾਅਦ IPS ਆਫੀਸਰ ਕੁਲਦੀਪ ਸਿੰਘ ਗਿਵਨ ਦਾ ਐਡੀਸ਼ਨਲ ਚਾਰਜ ਆਫ CRPF ਡਾਇਰੈਕਟਰ ਜਨਰਲ ਐਜ਼ AP ਮਹੇਸ਼ਵਰੀ ਰਿਟਾਇਰਡ। ਹਾਂਜੀ, ਇਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਸੀਗਾ CRPF ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੂੰ। ਉਸ ਤੋਂ ਬਾਅਦ IPS ਆਫੀਸਰ MA ਗਣਪਤੀ ਅਪੁਆਇੰਟਡ ਡਾਇਰੈਕਟਰ ਜਨਰਲ ਆਫ ਨੈਸ਼ਨਲ ਸਿਕਿਉਰਿਟੀ ਗਾਰਡ। NSG ਦੇ ਡਾਇਰੈਕਟਰ ਜਨਰਲ ਕੌਣ ਬਣੇ ਨੇ? MA ਗਣਪਤੀ। ਉਸ ਤੋਂ ਬਾਅਦ ਦਸਤਲਿਕ 2 ਇੱਕ ਮਿਲਟਰੀ ਐਕਸਰਸਾਈਜ਼ ਆ ਇੰਡੀਆ ਤੇ ਉਜ਼ਬੇਕਿਸਤਾਨ ਦੇ ਵਿੱਚ, ਉੱਤਰਾਖੰਡ ਦੇ ਵਿੱਚ ਹੈਲਡ ਕੀਤੀ ਗਈ। ਦਸਤਲਿਕ 2 ਉਜ਼ਬੇਕਿਸਤਾਨ ਦੀ ਕੈਪੀਟਲ ਹੈਗੀ ਆ ਤਾਸ਼ਕੈਂਤ, ਏਸ਼ੀਆ ਦੀ ਉਹ ਕੰਟਰੀ ਆ ਉਜ਼ਬੇਕਿਸਤਾਨ। ਰਸ਼ੀਆ ਮਤਲਬ USSR ਤੋਂ ਟੁੱਟ ਕੇ ਬਣੀ। ਉਸ ਤੋਂ ਬਾਅਦ ਰਸ਼ੀਆ ਐਂਡ ਚਾਈਨਾ ਸਾਈਨਡ MOU ਟੂ ਸੈਟਅਪ ਇੰਟਰਨੈਸ਼ਨਲ ਲੂਨਰ ਰਿਸਰਚ ਸਟੇਸ਼ਨ, ਯਾਨੀ ਕਿ ਚੰਦਰਮਾ ਦੇ ਰਿਸਰਚ ਸਟੇਸ਼ਨ ਸੈਟਅਪ ਕਰਨਗੇ, ਇਹਨਾਂ ਨੇ MOU ਸਾਈਨ ਕੀਤਾ ਆ। ਉਸ ਤੋਂ ਬਾਅਦ ਓਬਿਚਰੀਜ਼ ਦੇਖ ਲੈਂਦੇ ਆਪਾਂ ਕੁਛ। ਓਬਿਚਰੀਜ਼ ਜਿਹੜੇ ਇੰਪੋਰਟੈਂਟ ਪਰਸਨਸ ਜਿਨ੍ਹਾਂ ਦੀ ਡੈਥ ਹੋ ਗਈ ਮਾਰਚ ਮਹੀਨੇ ਦੇ ਵਿੱਚ। ਵੈਟਰਨ ਐਥਲੀਟ ਈਸ਼ਰ ਸਿੰਘ ਦਿਓਲ, ਰੈਸੀਪੀਐਂਟ ਆਫ ਧਿਆਨ ਚੰਦ ਨੈਸ਼ਨਲ ਸਪੋਰਟਸ ਅਵਾਰਡ, ਡਾਈਡ ਐਟ ਦੀ ਏਜ ਆਫ 91। ਆਪਣੇ ਈਸ਼ਰ ਸਿੰਘ ਦਿਓਲ ਬਹੁਤ ਫੇਮਸ ਇੱਕ ਐਥਲੀਟ ਆਪਣੇ ਰਹਿ ਚੁੱਕੇ ਨੇ। ਪੁਲਿਸ ਗੇਮਸ ਦੇ ਵਿੱਚ ਵੀ ਲਗਾਤਾਰ 5 ਵਾਰ 골ਡ ਮੈਡਲ ਜਿੱਤਿਆ ਸੀ ਇਹਨਾਂ ਨੇ, ਠੀਕ ਆ। ਖਾਸ ਕਰਕੇ ਸ਼ਾਰਟ ਪੁੱਟ ਤੇ ਡਿਸਕਸ ਕਰਦੇ ਸੀਗੇ ਇਹ। ਉਸ ਤੋਂ ਬਾਅਦ ਫਾਰਮਰ RBI ਡਿਪਟੀ ਗਵਰਨਰ KC ਚੱਕਰਵਰਤੀ, ਡਿਪਟੀ ਗਵਰਨਰ ਸੀਗੇ, ਉਹਨਾਂ ਦੀ ਡੈਥ ਹੋ ਗਈ। C ਕੁਨੀਹਰਮਨ ਨਾਇਰ ਕਥਕਲੀ ਆਰਟਿਸਟ, ਠੀਕ ਆ। ਕਥਕਲੀ ਡਾਂਸ ਆ, ਆਪਾਂ ਨੂੰ ਪਤਾ ਹੀ ਆ। ਇੱਕ ਕੱਥਕ ਹੁੰਦਾ ਤੇ ਇੱਕ ਕਥਕਲੀ ਹੁੰਦਾ। ਕਥਕਲੀ ਕੇਰਲਾ ਦੇ ਨਾਲ ਸੰਬੰਧਿਤ ਆ ਤੇ ਕੱਥਕ ਆਪਣੇ ਨਾਰਥ ਇੰਡੀਆ ਦੇ ਨਾਲ ਸੰਬੰਧਿਤ ਆ, ਮੇਨਲੀ UP ਵਾਲਾ ਰੀਜਨ ਹੋ ਗਿਆ ਨਾ। ਤੇ 105 ਸਾਲ ਦੀ ਏਜ ਸੀਗੀ ਇਹਨਾਂ ਦੀ ਵੀ ਡੈਥ ਹੋ ਗਈ। ਉਸ ਤੋਂ ਬਾਅਦ ਬੰਨੀ ਵੇਲਰ ਇੱਕ ਰਿਨੋਨਡ ਸਿੰਗਰ ਸੀਗੇ ਜਮੈਕਾ ਦੇ, ਉਹਨਾਂ ਦੀ ਡੈਥ ਹੋ ਗਈ, ਬੰਨੀ ਵੇਲਰ। ਨਿਕੋਲਾਈ ਨਿਸਾਰੇਵ ਇੰਡੀਆਜ਼ ਐਥਲੈਟਿਕਸ ਕੋਚ, ਹਾਂਜੀ ਇੰਡੀਆ ਦੇ ਐਥਲੈਟਿਕਸ ਦੇ ਕੋਚ ਸੀਗੇ ਨਿਕੋਲਾਈ, ਤੇ ਬੇਲਾਰੂਸ ਤੋਂ ਬਿਲੋਂਗ ਕਰਦੇ ਸੀਗੇ। ਤੇ ਬੇਲਾਰੂਸ ਦੀ ਕੈਪੀਟਲ ਹੈਗੀ ਆ ਮਿੰਸਕ, ਤੇ ਅਲੈਗਜ਼ੈਂਡਰ ਲੂਕਾਸ਼ੈਂਕੋ ਉੱਥੇ ਪ੍ਰੈਜ਼ੀਡੈਂਟ ਨੇ। ਤੇ ਇੱਕ ਹੋਰ ਆ ਵੀ ਗੱਲ, ਜਦੋਂ ਦਾ ਮਤਲਬ ਬੇਲਾਰੂਸ ਬਣਿਆ, ਬੇਲਾਰੂਸ ਵੀ ਰਸ਼ੀਅਨ ਫੈਡਰੇਸ਼ਨ ਤੋਂ ਟੁੱਟ ਕੇ ਬਣਿਆ ਸੀ, USSR ਤੋਂ, ਤੇ ਉਦੋਂ ਤੋਂ ਹੀ ਉੱਥੇ ਮਤਲਬ ਕਿ ਉਹੀ ਇੰਚਾਰਜ ਨੇ ਕੰਟਰੀ ਦੇ। ਤੁਸੀਂ ਇਹ ਦੇਖ ਲਓ, ਮਤਲਬ ਕਿ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਚੱਲ ਰਹੀ ਆ ਉੱਥੇ। ਤੇ ਇਸ ਵਾਰ ਬਹੁਤ ਸਾਰੇ ਪ੍ਰੋਟੈਸਟ ਹੋਏ ਸੀਗੇ ਵੀ ਇਸ ਦੇ ਖਿਲਾਫ, ਕਿਉਂਕਿ ਜਦੋਂ ਇਸ ਵਾਰ ਵੋਟਾਂ ਪਈਆਂ ਤਾਂ ਲੋਕਾਂ ਨੂੰ ਇਹ ਸੀ ਵੀ ਇਸ ਵਾਰ ਸਰਕਾਰ ਬਦਲੂਗੀ, ਕਿਉਂਕਿ ਜ਼ਿਆਦਾਤਰ ਅਪੋਜੀਸ਼ਨ ਲੀਡਰ ਸੀਗੇ ਜਿਹੜੇ, ਇੱਕ ਲੇਡੀ ਸੀਗੀ ਤੇ ਉਹਨੂੰ ਵੋਟਾਂ ਪਈਆਂ ਸੀ। ਪਰ ਹੋਇਆ ਕੀ ਵੀ 70 ਤੋਂ 80% ਜਿਹੜੀ ਵੋਟਾਂ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਜਾਂ ਤਾਂ ਆਪਣੇ ਫੇਵਰ 'ਚ ਕਰ ਲਈਆਂ ਜਾਂ ਕਿਵੇਂ ਵੀ ਲਾ ਲਓ ਤੁਸੀਂ, ਹੈ ਨਾ। ਤੇ ਦੁਬਾਰਾ ਉਹ ਸੱਤਾ ਦੇ ਵਿੱਚ ਆ ਗਏ। ਤੇ ਉਸ ਤੋਂ ਬਾਅਦ ਹਾਮਿਦ ਬਾਕਾਯੋਕੋ ਆਈਵਰੀ ਕੋਸਟ ਦੇ PM ਸੀਗੇ, ਜਾਣੀ ਕਿ ਕੋਟ ਡਿਵੋਰ ਦੇ, ਅੱਜ ਕੱਲ੍ਹ ਜਿਹੜਾ ਉਹਨਾਂ ਦਾ ਮਾਡਰਨ ਨਾਮ ਆ ਕੰਟਰੀ ਦਾ, ਤੇ ਉਹਨਾਂ ਦੀ ਵੀ ਡੈਥ ਹੋ ਗਈ। ਮਿਸਲੇਨੀਅਸ ਨਿਊਜ਼ ਦੇਖ ਲੈਂਦੇ ਹਾਂ ਹੁਣ ਜਿਹੜੀਆਂ ਮਾਰਚ ਮਹੀਨੇ ਦੀਆਂ। ਤਾਮਿਲਨਾਡੂ ਇਨਕਰੀਜ਼ਡ ਰਿਟਾਇਰਮੈਂਟ ਏਜ ਫॉर ਸਟੇਟ ਗੌਰਮੈਂਟ EMPLOYਜ਼ ਫਰੋਮ 59 to 60, 60 ਸਾਲ ਕਰਤੀ 59 ਤੋਂ। ਉਸ ਤੋਂ ਬਾਅਦ ਕੋਹਲੀ ਬਿਕੇਮ ਦਾ ਫਸਟ ਪਲੇਅਰ ਟੂ ਕੰਪਲੀਟ 3000 ਰਨਸ ਇਨ T20 ਇੰਟਰਨੈਸ਼ਨਲ। ਹੁਣ ਕੋਹਲੀ ਪਹਿਲਾ ਪਲੇਅਰ ਬਣਿਆ, ਇਹ ਵੀ ਯਾਦ ਰੱਖ ਲਿਓ, ਜਿਹਨੇ 3000 ਰਨਸ ਕੰਪਲੀਟ ਕੀਤੇ T20 ਦੇ ਵਿੱਚ। ਵਿੰਟਰ ਸਪੋਰਟਸ ਇੰਸਟੀਟਿਊਟ ਟੂ ਬੀ ਸੈਟਅਪ ਇਨ ਗੁਲਮਰਗ, ਗੁਲਮਰਗ ਕਿੱਥੇ ਆ? ਕਸ਼ਮੀਰ ਦੇ ਵਿੱਚ। ਉੱਥੇ ਵਿੰਟਰ ਸਪੋਰਟਸ ਇੰਸਟੀਟਿਊਟ ਆ, ਉਹ ਸੈਟਅਪ ਕੀਤਾ ਜਾਊਗਾ। ਵਿਨੇਸ਼ ਫੋਗਾਟ ਵਨ ਦਾ ਗੋਲਡ ਮੈਡਲ ਇਨ 53 kg। ਹਾਂਜੀ, ਵਿਨੇਸ਼ ਫੋਗਾਟ ਬਾਰੇ ਪਤਾ ਹੀ ਹੋਣਾ ਤੁਹਾਨੂੰ, ਬਹੁਤ ਹੀ ਫੇਮਸ ਆਪਣੇ ਰੈਸਲਰ ਨੇ ਤੇ ਇੰਡੀਆ ਦੀ ਇੱਕ ਬਹੁਤ ਹੀ ਉਮੀਦ ਦੀ ਵੱਡੀ ਕਿਰਨ ਹੈ ਇਸ ਓਲੰਪਿਕਸ ਦੇ ਵਿੱਚ। ਮਤਲਬ ਵੀ ਬਹੁਤ ਜ਼ਿਆਦਾ ਆਪਾਂ ਨੂੰ ਉਮੀਦ ਆ ਵੀ ਗੋਲਡ ਦੇ ਵੀ ਚਾਂਸ ਬਣਦੇ ਨੇ, ਇੰਨੀ ਕੁ ਫੇਮਸ ਨੇ ਇਹ, ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੁਸ਼ਤੀ ਲੜਦੇ ਨੇ। ਹਰਿਆਣਾ ਤੋਂ ਬਿਲੋਂਗ ਕਰਦੇ ਨੇ। 53 kg ਕੈਟੇਗਰੀ ਦੇ ਵਿੱਚ
ਕੁਸ਼ਤੀ ਲੜਦੇ ਨੇ। ਯੂਕਰੇਨੀਅਨ ਰੈਸਲਰਸ ਐਂਡ ਕੋਚਿਸ ਮੈਮੋਰੀਅਲ ਟੂਰਨਾਮੈਂਟ ਹੋਇਆ ਸੀ ਕੀਵ ਦੇ ਵਿੱਚ, ਯਾਨੀ ਕਿ ਯੂਕਰੇਨ ਦੀ ਕੈਪੀਟਲ ਦੇ ਵਿੱਚ, ਉੱਥੇ 골ਡ ਮੈਡਲ ਜਿੱਤਿਆ ਵਿਨੇਸ਼ ਫੋਗਾਟ ਨੇ। ਠੀਕ ਆ। ਤੇ ਉਸ ਤੋਂ ਬਾਅਦ ਖੇਲੋ ਇੰਡੀਆ ਵਿੰਟਰ ਗੇਮਸ ਮੈਡਲ ਟੈਲੀ ਸੀਗੀ ਜਿਹੜੀ ਖੇਲੋ ਇੰਡੀਆ ਵਿੰਟਰ ਗੇਮਸ ਦੀ, ਉਹ ਜੰਮੂ ਕਸ਼ਮੀਰ ਨੇ ਟੌਪ ਕੀਤੀ ਆ। ਉਸ ਤੋਂ ਬਾਅਦ ISL 2020-21 ਮੁੰਬਈ ਸਿਟੀ FC ਨੇ ਜਿੱਤਿਆ ਸੀਗਾ ISL 2020-21, ਜਾਣੀ ਫੁੱਟਬਾਲ ਦਾ ਇੰਡੀਅਨ ਸੁਪਰ ਲੀਗ। ਉਸ ਤੋਂ ਬਾਅਦ ਬਜਰੰਗ ਪੂਨੀਆ, ਆਹ ਫੋਟੋ ਲਾਈ ਆ, ਵਨ 골ਡ ਮੈਡਲ ਐਟ ਮਟੇਓ ਪੈਲੀਕੌਨ ਰੈਂਕਿੰਗ ਸੀਰੀਜ਼ ਇਨ ਰੋਮ ਦੇ ਵਿੱਚ। ਮਟੇਓ ਪੈਲੀਕੌਨ ਦੇ ਵਿੱਚ ਬਜਰੰਗ ਪੂਨੀਆ ਨੇ 골ਡ ਮੈਡਲ ਜਿੱਤਿਆ ਸੀ। ਤੇ ਇੱਥੇ ਲੇਡੀਜ਼ ਦੀ ਕੈਟੇਗਰੀ ਵਿਮਨਸ ਦੇ ਵਿੱਚ 53 kg ਦੇ ਵਿੱਚ ਵਿਨੇਸ਼ ਫੋਗਟ ਨੇ ਫਿਰ 골ਡ ਮੈਡਲ ਜਿੱਤਿਆ ਸੀ। ਇਹ ਵੀ ਯਾਦ ਕਰ ਲਿਓ, ਵਿਨੇਸ਼ ਫੋਗਟ ਨੇ ਯਾਨੀ ਬੈਕ ਟੂ ਬੈਕ 골ਡ ਹੋ ਗਏ। ਉਸ ਤੋਂ ਬਾਅਦ ਅਵਿਨਾਸ਼ ਸਾਬਲੇ, ਉਹਨਾਂ ਨੇ ਨੈਸ਼ਨਲ ਰਿਕਾਰਡ ਬਣਾਇਆ 3000 ਮੀਟਰ ਸਟੀਪਲ ਚੇਜ਼ ਦੇ ਵਿੱਚ। ਆਹ ਫੋਟੋ ਲਾਈ ਆ ਉਹਨਾਂ ਦੀ, ਅਵਿਨਾਸ਼ ਸਾਬਲੇ ਦੀ। ਤੇ ਸਟੀਪਲ ਚੇਜ਼ ਦੇ ਵਿੱਚ ਇੰਡੀਆ ਦਾ ਜਾਣੀ ਨੈਸ਼ਨਲ ਰਿਕਾਰਡ ਇਹਨਾਂ ਦੇ ਨਾਮ ਆ। ਤੇ ਇੱਕ ਬਹੁਤ ਹੀ ਮਤਲਬ ਡੈਡੀਕੇਟ ਐਥਲੀਟ ਨੇ, ਜੇ ਤੁਸੀਂ ਕਦੇ ਦੇਖੇ ਹੋਣ ਮਤਲਬ ਟਰੈਕ ਦੇ ਉੱਤੇ। ਤੇ ਏਸ਼ੀਅਨ ਗੇਮਸ ਦੇ ਵਿੱਚ ਆਈ ਥਿੰਕ ਜਿਹੜੀਆਂ ਹੋਈਆਂ ਸੀ ਹੁਣ ਪਿੱਛੇ ਜੇ, ਤੇ ਉਹਨਾਂ ਦੇ ਵਿੱਚ ਵੀ ਲੇਨ ਇਨਫਰਿੰਜਮੈਂਟ ਕਰਕੇ ਟਰੈਕ ਤੋਂ ਇੱਕ ਪੈਰ ਬਾਹਰ ਰੱਖਿਆ ਗਿਆ ਸੀ, ਨਹੀਂ ਤਾਂ ਬ੍ਰੌਂਜ ਮੈਡਲ ਉੱਥੇ ਇਹਨਾਂ ਨੇ ਜਿੱਤ ਲਿਆ ਸੀਗਾ। ਤੇ ਪਰ ਇਹ ਡਿਸਕੁਆਲੀਫਾਈ ਹੋ ਗਏ ਸੀ। ਉਸ ਤੋਂ ਬਾਅਦ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਡਿਕਲੇਅਰਡ ਸੇਂਟ ਜਾਰਜਸ ਆਰਥੋਡਾਕਸ ਚਰਚ ਇਨ ਕੇਰਲਾ ਐਜ਼ ਦਾ ਮੋਨੂਮੈਂਟ ਆਫ ਨੈਸ਼ਨਲ ਇੰਪੋਰਟੈਂਸ। ਠੀਕ ਆ, ਯਾਦ ਰੱਖ ਲਿਓ ਸੇਂਟ ਜਾਰਜਸ ਆਰਥੋਡਾਕਸ ਚਰਚ ਕਿੱਥੇ ਆ, ਕੇਰਲਾ ਦੇ ਵਿੱਚ ਆ। ਤੇ ਇਹਨੂੰ ਦਰਜਾ ਦਿੱਤਾ ਗਿਆ ਮੋਨੂਮੈਂਟ ਆਫ ਨੈਸ਼ਨਲ ਇੰਪੋਰਟੈਂਸ ਦਾ। ਦਰਜਾ ਦਿੰਦਾ ਕੌਣ ਆ? ASI ਜਾਣੀ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਹੈਡਕੁਆਟਰ ਕਲਕੱਤਾ 'ਚ। ਉਸ ਤੋਂ ਬਾਅਦ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਆਫ ਵੈਸਟਰਨ ਨੇਵਲ ਕਮਾਂਡ। ਹਾਂਜੀ, ਆਪਣੀਆਂ ਨੇਵਲ ਕਮਾਂਡਸ ਕਈ ਨੇ। ਠੀਕ ਆ, ਵੈਸਟਰਨ ਨੇਵਲ ਕਮਾਂਡ ਦਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਕੌਣ ਬਣਿਆ? R ਹਰੀ ਕੁਮਾਰ, ਜਾਣੀ ਇੱਕ ਤਰ੍ਹਾਂ ਦੀ ਅਪੁਆਇੰਟਮੈਂਟ ਹੀ ਹੈ ਵੀ। ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਆਫ ਈਸਟਰਨ ਨੇਵਲ ਕਮਾਂਡ ਦਾ ਕੌਣ ਆ? ਅਜਿੰਦਰ ਬਹਾਦਰ ਸਿੰਘ। ਉਸ ਤੋਂ ਬਾਅਦ ਹੀਰੋ ਇੰਡੀਅਨ ਵਿਮਨਸ ਲੀਗ ਫੁੱਟਬਾਲ ਵਿਲ ਬੀ ਹੋਸਟਡ ਬਾਏ, ਜਿਵੇਂ ਮੈਨਸ ਦੀ ਲੀਗ ਹੁੰਦੀ ਆ ਐਵੇਂ ਹੀ ਵਿਮਨਸ ਲੀਗ ਹੋਊਗੀ। ਉੜੀਸਾ ਹੋਸਟ ਕਰੂਗਾ, ਜ਼ਿਆਦਾਤਰ ਉੜੀਸਾ ਹੀ ਹੋਸਟ ਕਰਦਾ। ਬਹੁਤ ਵਧੀਆ ਵਧੀਆ ਸਟੇਡੀਅਮ ਬਣਾ ਰੱਖਿਆ ਉੜੀਸਾ ਵਾਲਿਆਂ ਨੇ। ਉਸ ਤੋਂ ਬਾਅਦ ਆਰਕਟਿਕਾ M ਸੈਟੇਲਾਈਟ ਜਿਹੜਾ ਉਹ ਲਾਂਚ ਕੀਤਾ ਰਸ਼ੀਆ ਨੇ ਸੈਟੇਲਾਈਟ ਲਾਂਚ ਕੀਤਾ ਆਰਕਟਿਕਾ M। CEO ਕੌਣ ਬਣਿਆ? ਸੰਸਦ TV ਦਾ ਰਵੀ ਕਪੂਰ। ਹੁਣ ਸੰਸਦ TV ਕੀ ਆ? ਹੁਣ ਆਪਾਂ ਨਾਮ ਕਦੇ ਬਹੁਤਾ ਸੁਣਿਆ ਨਹੀਂ ਹੋਊਗਾ ਤੁਸੀਂ ਨੇ ਵੀ ਸ਼ਾਇਦ। ਇੱਕ ਰਾਜ ਸਭਾ TV RS ਤੇ LS। ਰਾਜ ਸਭਾ TV ਹੁੰਦਾ ਸੀ ਤੇ ਇੱਕ ਹੁੰਦਾ ਸੀਗਾ ਲੋਕ ਸਭਾ TV LS। ਠੀਕ ਆ, ਇਹਨਾਂ ਦੋਨਾਂ ਨੂੰ ਮਰਜ ਕਰਕੇ ਸਰਕਾਰ ਨੇ ਸੰਸਦ TV ਬਣਾਤਾ ਤੇ ਉਹਦੇ CEO ਬਣੇ ਨੇ ਰਵੀ ਕਪੂਰ। ਫਿਰ ਅਕੋਰਡਿੰਗ ਟੂ ਰਿਪੋਰਟ ਬਾਈ WHO 1 in 4 ਆਫ ਦਾ ਵਰਲਡਸ ਪਾਪੂਲੇਸ਼ਨ ਵਿਲ ਸਫਰ ਫਰੋਮ ਹੀਅਰਿੰਗ ਡਿਸਆਰਡਰਸ ਬਾਈ ਈਅਰ 2050। ਜਾਣੀ ਕਿ WHO ਦੀ ਰਿਪੋਰਟ ਦੇ ਅਕੋਰਡਿੰਗ ਹੀਅਰਿੰਗ ਪ੍ਰੋਬਲਮ ਹੋਊਗੀ 4 ਜਣਿਆਂ ਚੋਂ 1 ਜਣੇ ਨੂੰ। ਠੀਕ ਆ, ਇਹਦੇ ਕਈ ਕਾਰਨ ਹੋ ਸਕਦੇ ਨੇ, ਨੋਇਜ਼ ਪੋਲਿਊਸ਼ਨ ਲਾ ਲਓ ਜਾਂ ਹੋਰ ਵੀ ਕਈ ਤਰ੍ਹਾਂ ਦੇ। ਵੈਸੇ ਅੱਜ ਕੱਲ੍ਹ ਤਾਂ ਹੈੱਡਫੋਨਸ ਦਾ ਵੀ ਪ੍ਰਭਾਵ ਬਹੁਤ ਪੈ ਰਿਹਾ, ਆਪਣੀ ਹੀਅਰਿੰਗ ਹੌਲੀ ਹੌਲੀ ਘਟਦੀ ਜਾਂਦੀ ਆ। ਦੇਖਦੇ ਹਾਂ ਆਪਾਂ ਯੂਥ ਖਾਸ ਕਰਕੇ। ਠੀਕ ਆ, ਹੈੱਡਫੋਨ ਲੱਗੇ ਹੁੰਦੇ ਆ ਜਿੱਥੇ ਵੀ ਜਾਈਦਾ। ਈਸਰੋ ਜਾਣੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਲਾਂਚ ਕੀਤਾ ਸਿੰਧੂ ਨੇਤਰ ਸੈਟੇਲਾਈਟ ਆਫ DRDO ਦਾ ਸੈਟੇਲਾਈਟ ਲਾਂਚ ਕੀਤਾ ਈਸਰੋ ਨੇ। ਡੈਜ਼ਰਟ ਫਲੈਗ 6 에ਅਰਫੋਰਸ ਐਕਸਰਸਾਈਜ਼ ਬਿਟਵੀਨ UAE USA ਐਂਡ ਫਰਾਂਸ ਵਿਲ ਨਾਓ ਆਲਸੋ ਇਨਕਲੂਡ ਇੰਡੀਆ। ਹਾਂਜੀ, ਡੈਜ਼ਰਟ ਫਲੈਗ ਪਹਿਲਾਂ UAE ਤੇ USA ਤੇ ਫਰਾਂਸ ਦੇ ਵਿੱਚ ਹੀ ਹੁੰਦੀ ਸੀ, ਤੇ ਹੁਣ ਡੈਜ਼ਰਟ ਫਲੈਗ ਦੇ ਵਿੱਚ ਯਾਨੀ ਜਿਹੜਾ 6th ਐਡੀਸ਼ਨ ਆ ਉਹਦੇ ਵਿੱਚ ਇੰਡੀਆ ਵੀ ਸ਼ਿਰਕਤ ਕਰੂਗਾ। ਵਰਲਡਜ਼ ਫਸਟ ਪਲੈਟੀਪਸ ਸੈਂਚੁਰੀ ਟੂ ਬੀ ਬਿਲਟ ਬਾਏ ਆਸਟ੍ਰੇਲੀਆ। ਪਲੈਟੀਪਸ ਦੀ ਮੈਂ ਤੁਹਾਨੂੰ ਫੋਟੋ ਇੱਥੇ ਲਾਉਣੀ ਰਹਿ ਗਈ, ਭੁੱਲ ਗਿਆ, ਨਹੀਂ ਤੁਹਾਨੂੰ ਪਲੈਟੀਪਸ ਜਾਨਵਰ ਹੁੰਦਾ ਤੇ ਉਹ ਕਿੱਥੇ ਬਿਲਟ ਕੀਤੀ ਜਾਊਗੀ? ਆਸਟ੍ਰੇਲੀਆ ਦੇ ਵਿੱਚ। ਡੱਕ ਬਿਲਡ ਪਲੈਟੀਪਸ ਦਾ ਨਾਮ ਸੁਣਿਆ ਹੋਊਗਾ ਤੁਸੀਂ ਵੈਸੇ। ਕਾਨੀਆ ਪੁੱਤਰੀ, ਹਾਂ ਟੋਇਜ਼, ਮਤਲਬ ਟੋਇਜ਼ ਆਪਾਂ ਪਹਿਲਾਂ ਵੀ ਆਲਰੇਡੀ ਇੱਕ ਵਾਰ ਕਰ ਚੁੱਕੇ ਹਾਂ, ਚੰਨਾ ਪਟਨਾ ਟੋਇਜ਼ ਕਰਨਾਟਕਾ ਵਗੈਰਾ ਦੇ, ਹੈ ਨਾ। ਤੇ ਐਵੇਂ ਹੀ ਕਾਨੀਆ ਪੁੱਤਰੀ ਟੋਇਜ਼ ਸੀਗੇ ਬਿਹਾਰ ਦੇ, ਉਹ ਨਿਊਜ਼ 'ਚ ਸੀਗੇ ਡਿਊਰਿੰਗ ਇੰਡੀਆ ਟੋਏ ਫੈਸਟੀਵਲ। ਹਾਂਜੀ, ਉਸ ਤੋਂ ਨੈਕਸਟ ਇੰਡੀਆ ਟੋਏ ਫੈਸਟੀਵਲ ਆਈ ਥਿੰਕ ਦਿੱਲੀ ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਟੈਕ ਸਿਕਸ਼ਾ ਏ ਟੈਕਨੀਕਲ ਫੈਸਟ along with UN women was launched by
ਪੰਜਾਬ ਗੌਰਨਮੈਂਟ ਨੇ ਇੱਕ ਟੈਕ ਸਿੱਖਿਆ, ਇੱਕ ਟੈਕਨੀਕਲ ਫੈਸਟਾ ਉਹ ਲਾਂਚ ਕੀਤਾ ਸੀਗਾ। ਉਸ ਤੋਂ ਬਾਅਦ ਇੰਡੀਆ ਸਾਈਨਡ ਕੀ ਡਿਫੈਂਸ ਪੈਕਟ ਵਿਦ ਫਿਲੀਪੀਨਸ ਫॉर ਸੇਲ ਆਫ ਡਿਫੈਂਸ ਮਟੀਰੀਅਲ। ਫਿਲੀਪੀਨਸ ਦੇ ਨਾਲ ਡਿਫੈਂਸ ਮਟੀਰੀਅਲ ਦੀ ਸੇਲ ਦੇ ਲਈ ਇੰਡੀਆ ਨੇ ਡਿਫੈਂਸ ਪੈਕਟ ਸਾਈਨ ਕੀਤਾ ਆ। ਉਸ ਤੋਂ ਬਾਅਦ ਇੰਡੀਆਜ਼ ਨੈਕਸਟ ਐਂਬੈਸਡਰ ਟੂ ਮੋਰੋਕੋ। ਮੋਰੋਕੋ ਦੀ ਕੈਪੀਟਲ ਹੈ ਰਬਾਤ, ਠੀਕ ਆ, ਅਫਰੀਕਨ ਕੰਟਰੀ ਆ ਮੋਰੋਕੋ। ਰਜੇਸ਼ ਵੈਸ਼ਨਵ ਬਣੇ ਨੇ ਆਪਣੇ ਨੈਕਸਟ ਐਂਬੈਸਡਰ ਟੂ ਮੋਰੋਕੋ। ਕੋਹਲੀ ਬਿਕੇਮ ਦੀ ਫਸਟ ਕ੍ਰਿਕਟਰ ਇਨ ਦੀ ਵਰਲਡ ਟੂ ਹੈਵ 100 ਮਿਲੀਅਨ ਫੋਲੋਅਰ ਔਨ ਇੰਸਟਾਗ੍ਰਾਮ ਤੇ 100 ਮਿਲੀਅਨ ਫੋਲੋਅਰਸ ਬਣੇ ਨੇ, ਯਾਨੀ ਕਿ 10 ਕਰੋੜ ਹੋ ਗਏ, ਠੀਕ ਆ। ਤੇ ਪਹਿਲੇ ਕ੍ਰਿਕਟਰ, ਇਹ ਵੀ ਯਾਦ ਰੱਖਣ ਦੀ ਲੋੜ ਆ ਕਿਉਂਕਿ ਫੁੱਟਬਾਲਰ ਤਾਂ ਆਲਰੇਡੀ ਲਾਇਨਲ ਮੈਸੀ, ਕ੍ਰਿਸਟੀਆਨੋ ਰੋਨਾਲਡੋ, ਉਹਨਾਂ ਦੇ ਤਾਂ ਵਾਹਵਾ ਫੋਲੋਅਰ ਪਹਿਲਾਂ ਹੀ ਹੈਗੇ ਨੇ। ਉਸ ਤੋਂ ਬਾਅਦ ਈਜ਼ ਆਫ ਲਿਵਿੰਗ ਇੰਡੈਕਸ, ਹਾਂਜੀ, ਇਹ ਟੌਪ ਕੀਤਾ ਬੈਂਗਲੁਰੂ ਨੇ ਮਿਲੀਅਨ ਪਲੱਸ ਪੀਪਲ ਕੈਟੇਗਰੀ ਦੇ ਵਿੱਚ, ਠੀਕ ਆ। ਈਜ਼ ਆਫ ਲਿਵਿੰਗ ਇੰਡੈਕਸ ਬੈਂਗਲੁਰੂ ਨੇ ਟੌਪ ਕੀਤਾ ਆ, ਤੇ ਸ਼ਿਮਲਾ ਨੇ ਲੈਸ ਦੈਨ 1 ਮਿਲੀਅਨ ਕੈਟੇਗਰੀ ਦੇ ਵਿੱਚ ਟੌਪ ਕੀਤਾ। ਉਸ ਤੋਂ ਬਾਅਦ 29th ਐਡੀਸ਼ਨ ਆਫ ਨਿਊ ਦਿੱਲੀ ਵਰਲਡ ਬੁੱਕ ਫੇਅਰ ਇਨਾਗੋਰੇਟਡ ਬਾਈ ਯੂਨੀਅਨ ਐਜੂਕੇਸ਼ਨ ਮਿਨਿਸਟਰ। ਇਸ ਵਾਰ 29ਵਾਂ ਐਡੀਸ਼ਨ ਸੀਗਾ, ਠੀਕ ਆ, ਤੇ ਨਿਊ ਦਿੱਲੀ ਬੁੱਕ ਫੇਅਰ ਦਾ ਇਹਦਾ ਥੀਮ ਸੀਗਾ ਈਵੈਂਟ ਦਾ ਨੈਸ਼ਨਲ ਐਜੂਕੇਸ਼ਨ ਪੋਲਿਸੀ, NEP, ਯਾਨੀ ਕਿ ਜਿਹੜੀ ਪਿਛਲੇ ਸਾਲ ਦੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਸੀਗੀ, ਉਹ ਇਹਦਾ ਥੀਮ ਸੀ। ਕੋਟਕ ਮਹਿੰਦਰਾ ਬੈਂਕ ਨੇ ਸਾਈਨ ਕੀਤਾ MOU ਵਿਦ ਇੰਡੀਅਨ ਆਰਮੀ ਟੂ ਹੈਂਡਲ ਦਾ ਸੈਲਰੀ ਅਕਾਊਂਟਸ ਆਫ ਆਰਮੀ ਪਰਸੋਨਲ। ਹਾਂਜੀ, ਕੁਛ ਕੁ ਇੱਕ ਦੋ ਕੁ ਬੈਂਕਿੰਗ ਨਾਲ ਰਿਲੇਟਡ ਵੀ ਪਾਤੀਆਂ, ਠੀਕ ਆ, ਆਪਣੇ ਇੰਡੀਅਨ ਆਰਮੀ ਨਾਲ ਸੰਬੰਧਿਤ ਸੀਗੀ ਤਾਂ ਐਡ ਕਰਤੀ ਇੱਥੇ। ਹੁਣ ਉਹਨਾਂ ਦੇ ਜਿਹੜੇ ਸੈਲਰੀ ਅਕਾਊਂਟਸ ਨੇ ਉਹ ਹੈਂਡਲ ਕੌਣ ਕਰੂਗਾ? ਕੋਟਕ ਮਹਿੰਦਰਾ ਬੈਂਕ। ਉਸ ਤੋਂ ਬਾਅਦ ਰੇਡੀਓ ਚਿਨਾਰ, ਇੱਕ ਕਮਿਊਨਿਟੀ ਰੇਡੀਓ ਸ਼ੁਰੂ ਕੀਤਾ ਗਿਆ ਇੰਡੀਅਨ ਆਰਮੀ ਦੁਆਰਾ ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ, ਠੀਕ ਆ। ਰੇਡੀਓ ਚਿਨਾਰ। ਇੱਕ ਰੇਡੀਓ ਹਿਲਜ਼ ਸ਼ੁਰੂ ਕੀਤਾ ਸੀਗਾ, ਰੇਡੀਓ ਹਿਲਜ਼, ਤੇ ਉਹ ਕਿੱਥੇ ਸ਼ੁਰੂ ਹੋਇਆ ਸੀ? ਹਿਮਾਚਲ 'ਚ ਹੋਇਆ ਸੀਗਾ। ਕੋਟਕ ਮਹਿੰਦਰਾ ਬੈਂਕ ਅਪੁਆਇੰਟਡ ਹੂਮ ਐਜ਼ ਦੀ ਐਡੀਸ਼ਨਲ ਇੰਡੀਪੈਂਡੈਂਟ ਡਾਇਰੈਕਟਰ ਔਨ ਇਟਸ ਬੋਰਡ। ਇੱਥੇ ਨਾਮ ਲਿਖਣਾ ਰਹਿ ਗਿਆ, ਇੰਡੀਪੈਂਡੈਂਟ ਡਾਇਰੈਕਟਰ, ਇੱਕ ਮਿੰਟ ਮੈਨੂੰ ਯਾਦ ਕਰ ਲੈਣ ਦਿਓ। ਕੋਟਕ ਮਹਿੰਦਰਾ ਇੰਡੀਪੈਂਡੈਂਟ ਡਾਇਰੈਕਟਰ ਕੌਣ ਬਣਿਆ ਸੀ? ਹਾਂ, ਅਸ਼ੋਕ ਗੁਲਾਟੀ। ਅਸ਼ੋਕ ਗੁਲਾਟੀ ਕੋਟਕ ਮਹਿੰਦਰਾ ਬੈਂਕ ਦੇ ਇੰਡੀਪੈਂਡੈਂਟ ਡਾਇਰੈਕਟਰ ਬਣੇ ਨੇ। ਕਾਫੀ ਵੱਡਾ ਨਾਮ ਆ, ਇੱਕ ਇਕੋਨਮਿਸਟ ਨੇ ਇੰਡੀਆ ਦੇ, ਅਸ਼ੋਕ ਗੁਲਾਟੀ, ਠੀਕ ਆ। ਤੇ ਇੱਕ ਗੱਲ ਇਹ ਵੀ ਆ ਵੀ ਜਿਹੜੇ ਆਪਣੇ ਫਾਰਮ ਲਾਜ਼ ਜਿਹੜੇ ਹੈਗੇ ਨੇ 3, ਜਿਨ੍ਹਾਂ ਦੇ ਉੱਤੇ ਬਹੁਤ ਕੰਟਰੋਵਰਸੀ ਚੱਲ ਰਹੀ ਹੈ ਅਤੇ ਆਪਣਾ ਉੱਥੇ ਧਰਨਾ ਚੱਲ ਰਿਹਾ ਬਹੁਤ ਵੱਡਾ ਦਿੱਲੀ ਦੇ ਬਾਰਡਰਾਂ ਦੇ ਉੱਤੇ, ਹੈ ਨਾ। ਅਤੇ ਉਹ ਮਤਲਬ ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹਨਾਂ ਦਾ ਕਾਲਮ ਵੀ ਲੱਗਦਾ ਨਿਊਜ਼ਪੇਪਰ ਦੇ ਵਿੱਚ, ਅਤੇ ਜ਼ਿਆਦਾਤਰ ਇਹ ਫਾਰਮ ਲਾਜ਼ ਦੇ ਫੇਵਰ 'ਚ ਬੋਲਦੇ ਨੇ। ਮਤਲਬ ਮੈਂ ਪੜ੍ਹਦਾ ਰਹਿਣਾ ਅਖਬਾਰ, ਤਾਂ ਜਿੰਨੇ ਕੁ ਮੈਂ ਇਹਨਾਂ ਦੇ ਕਾਲਮ ਪੜ੍ਹੇ ਨੇ 99%। ਅਤੇ ਜਿਹੜੀ ਇੱਕ ਕਮੇਟੀ ਬਣਾਈ ਸੀ, ਤੁਹਾਨੂੰ ਯਾਦ ਹੋਊਗਾ, ਜਿਹਦੇ 'ਚੋਂ ਇੱਕ ਮੈਂਬਰ ਰਿਜ਼ਾਈਨ ਕਰ ਗਿਆ ਸੀ, ਜਿਹੜੀ ਰਿਵਿਊ ਕਮੇਟੀ ਬਣਾਈ ਸੀ ਇਹਨਾਂ ਨੇ, ਠੀਕ ਆ, ਉਹਦੇ ਵਿੱਚ ਵੀ ਇਹ ਮੈਂਬਰ ਸੀਗੇ, ਇਹ ਸਰਕਾਰ ਵੱਲੋਂ ਜਾਣੀ ਅਪੁਆਇੰਟ ਕੀਤੇ ਗਏ ਸੀ, ਅਸ਼ੋਕ ਗੁਲਾਟੀ। ਅਤੇ ਹੁਣ ਉਹਨੂੰ ਇੰਡੀਪੈਂਡੈਂਟ ਡਾਇਰੈਕਟਰ ਬਣਾਇਆ ਗਿਆ ਕੋਟਕ ਮਹਿੰਦਰਾ ਬੈਂਕ ਦਾ, ਠੀਕ ਆ। ਉਸ ਤੋਂ ਬਾਅਦ ਇੰਡੀਆਜ਼ ਫਸਟ ਵਰਲਡ ਸਕਿੱਲ ਸੈਂਟਰ, ਇੰਡੀਆ ਦਾ ਫਸਟ ਜਿਹੜਾ ਕਿ ਉਹ ਉੜੀਸਾ ਦੇ ਵਿੱਚ ਉਹ ਸ਼ੁਰੂ ਕੀਤਾ ਜਾਊਗਾ। ਉਸ ਤੋਂ ਬਾਅਦ ਤਸ਼ਨੂਵਾ ਅਨਾਨ ਸ਼ਿਸ਼ਿਰ ਬਿਕੇਮ ਦੀ ਫਸਟ ਟਰਾਂਸਜੈਂਡਰ ਨਿਊਜ਼ ਰੀਡਰ ਆਫ ਬੰਗਲਾਦੇਸ਼। ਉੱਤਰਾਖੰਡ ਨੇ ਅਨਾਊਂਸ ਕੀਤਾ ਗੈਰਸੈਨ ਐਜ਼ ਦਾ ਨਿਊ ਐਡਮਿਨਿਸਟ੍ਰੇਟਿਵ ਡਿਵੀਜ਼ਨ। ਪਹਿਲਾਂ 2 ਡਿਵੀਜ਼ਨਾਂ ਸੀਗੀਆਂ ਉੱਤਰਾਖੰਡ ਦੀਆਂ, ਠੀਕ ਆ, ਇੱਕ ਹੈਗੀ ਸੀ ਗੜਵਾਲ ਅਤੇ ਇੱਕ ਹੈਗੀ ਸੀ ਕੁਮਾਊਂ, ਠੀਕ ਆ। ਅਤੇ ਹੁਣ ਇੱਕ ਹੋਰ ਆ ਗਈ ਤੀਸਰੀ ਡਿਵੀਜ਼ਨ ਉਹਨਾਂ ਦੀ, ਗੈਰਸੈਨ। ਹੁਣ ਗੈਰਸੈਨ ਨੂੰ ਸਮਰ ਕੈਪੀਟਲ ਵੀ ਉੱਤਰਾਖੰਡ ਨੇ ਪਿੱਛੇ ਜੇ ਘੋਸ਼ਿਤ ਕੀਤਾ ਸੀਗਾ, ਜਾਣੀ ਇਹਨਾਂ ਦੀਆਂ ਹੁਣ 2 ਕੈਪੀਟਲਾਂ ਨੇ, ਦੇਹਰਾਦੂਨ ਵਿੰਟਰ ਦੀ ਕੈਪੀਟਲ ਅਤੇ ਗੈਰਸੈਨ ਸਮਰ ਦੀ ਕੈਪੀਟਲ। ਅਤੇ ਇਹ ਵੀ ਮਤਲਬ ਚਰਚਾ ਦੇ ਵਿੱਚ ਆ ਕਿ ਮੇਨ ਅੱਗੇ ਜਾ ਕੇ ਇਹਨਾਂ ਨੇ ਇੱਕ ਹੀ ਕੈਪੀਟਲ ਰੱਖਣੀ ਆ ਆਪਣੀ ਮੇਨ, ਅਤੇ ਉਹ ਇਹੀ ਹੋਊਗੀ ਗੈਰਸੈਨ, ਠੀਕ ਆ। ਅਤੇ ਹੁਣ 3 ਡਿਵੀਜ਼ਨਾਂ ਹੋ ਗਈਆਂ ਉੱਤਰਾਖੰਡ ਦੀਆਂ, ਗੜਵਾਲ ਹੋ ਗਈ, ਕੁਮਾਊਂ ਹੋ ਗਈ ਅਤੇ ਤੀਜੀ ਗੈਰਸੈਨ। ਅਤੇ ਇੱਕ ਗੱਲ ਹੋਰ ਵੀ ਆ, ਉੱਤਰਾਖੰਡ ਦੇ ਵਿੱਚ ਇੱਕ ਡਿਸਟ੍ਰਿਕਟ ਆ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ, ਠੀਕ ਆ, ਸ਼ਹੀਦ ਊਧਮ ਸਿੰਘ ਨਗਰ ਉੱਤਰਾਖੰਡ ਦੇ ਵਿੱਚ। ਪੋਲਾਰਡ ਬਿਕੇਮ ਦੀ 3rd ਬੈਟਸਮੈਨ ਟੂ ਹਿੱਟ 6 ਸਿਕਸਿਜ਼ ਇਨ ਐਨ ਓਵਰ। 6 ਛੱਕੇ ਲਾਉਣ ਵਾਲਾ ਤੀਜਾ ਬੈਟਸਮੈਨ ਬਣ ਗਿਆ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ। ਪਹਿਲਾਂ 2 ਬੰਦੇ ਪਹਿਲਾਂ ਹੀ ਆਲਰੇਡੀ ਹੈਗੇ ਨੇ, ਯੁਵਰਾਜ ਸਿੰਘ ਅਤੇ ਹਰਸ਼ਲ ਗਿਬਜ਼ ਸਾਊਥ ਅਫਰੀਕਾ ਦੇ, ਹੈ ਨਾ, ਅਤੇ ਕੇਰਨ ਪੋਲਾਰਡ ਵੈਸਟ ਇੰਡੀਜ਼।
ਉਸ ਤੋਂ ਬਾਅਦ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ, ਸਵਿਸ ਓਪਨ ਜਿਹੜਾ ਕਿ ਸਵਿਟਜ਼ਰਲੈਂਡ ਦੇ ਵਿੱਚ ਹੁੰਦਾ, ਤੇ ਬੈਡਮਿੰਟਨ ਟੂਰਨਾਮੈਂਟ ਉਹ ਵਿਕਟਰ ਐਕਸਲਸਨ ਨੇ ਜਿੱਤਿਆ, ਤੇ ਕੁੜੀਆਂ ਦੇ ਵਿੱਚੋਂ ਕੈਰੋਲਿਨਾ ਮੈਰਨ ਨੇ ਜਿੱਤਿਆ। ਕੈਰੋਲਿਨਾ ਮੈਰਨ ਸਪੇਨ ਨੂੰ ਬਿਲੋਂਗ ਕਰਦੀ ਆ, ਤੇ ਵਿਕਟਰ ਐਕਸਲਸਨ ਬਿਲੋਂਗ ਕਰਦਾ ਆ ਡੈਨਮਾਰਕ ਨੂੰ। ਠੀਕ ਆ, ਅੱਜ ਕੱਲ੍ਹ ਫੁੱਲ ਚੜ੍ਹਾਈ ਦੇ ਵਿੱਚ ਵਿਕਟਰ ਐਕਸਲਸਨ। ਕੈਰੋਲਿਨਾ ਮੈਰਨ ਤਾਂ ਆਲਮੋਸਟ ਅਨਬੀਟੇਬਲ ਹੀ ਆ, ਜਿਹੜੇ ਟੂਰਨਾਮੈਂਟ 'ਚ ਹੁੰਦੀ ਆ ਤਾਂ ਜ਼ਿਆਦਾਤਰ ਚਾਂਸ ਹੁੰਦੇ ਆ ਵੀ ਉਹ ਵਿਨ ਹੀ ਕਰਦੀ ਆ। ਤੇ ਓਲੰਪਿਕਸ ਦੇ ਵਿੱਚ ਵੀ ਫਾਈਨਲ 'ਚ ਸਿੰਧੂ ਨੂੰ ਹਰਾਇਆ ਸੀ ਤੇ ਗੋਲਡ ਮੈਡਲ ਜਿੱਤਿਆ ਸੀ। ਦਿੱਲੀ ਹੈਜ਼ ਅਪਰੂਵਡ ਫਾਰਮੇਸ਼ਨ ਆਫ ਅ ਸੈਪਰੇਟ ਸਕੂਲ ਬੋਰਡ ਦੈਟ ਇਜ਼ DVSE, ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ। ਦਿੱਲੀ ਦੇ ਜ਼ਿਆਦਾਤਰ ਸਕੂਲ, ਤਕਰੀਬਨ 2700 ਸਕੂਲ ਨੇ ਕੁੱਲ ਮਿਲਾ ਕੇ ਅਰਾਊਂਡ ਐਵਰੇਜ, ਜਿਨ੍ਹਾਂ 'ਚੋਂ ਸਰਕਾਰੀ ਪਲੱਸ ਪ੍ਰਾਈਵੇਟ ਸਕੂਲ ਆਪਾਂ ਜੇ ਕਹਿ ਲਈਏ। ਤਾਂ ਹੁਣ ਦਿੱਲੀ ਨੇ ਆਪਣਾ ਐਜੂਕੇਸ਼ਨ ਬੋਰਡ ਬਣਾ ਤਾ DVSE। ਠੀਕ ਆ, ਤੇ ਜ਼ਿਆਦਾਤਰ ਪਹਿਲਾਂ CBSE ਨੂੰ ਬਿਲੋਂਗ ਕਰਦੇ ਸੀਗੇ ਸਕੂਲ, ਪਰ ਹੁਣ DVSE ਬਣ ਗਿਆ ਆ। ਅਰਵਿੰਦ ਕੇਜਰੀਵਾਲ ਨੇ ਅਨਾਊਂਸਮੈਂਟ ਕੀਤੀ ਸੀ। ਉਸ ਤੋਂ ਬਾਅਦ ਇੰਡੀਅਨ ਰੇਲਵੇ ਨੇ ਇੰਟਰੋਡਿਊਸ ਕੀਤਾ ਸਿੰਗਲ ਹੈਲਪਲਾਈਨ ਨੰਬਰ। ਹਾਂਜੀ, ਜਿੰਨੇ ਵੀ ਉਹਨਾਂ ਦੇ ਪਹਿਲਾਂ ਹੈਲਪਲਾਈਨ ਨੰਬਰ ਚੱਲਦੇ ਸੀਗੇ ਉਹਨਾਂ ਨੂੰ ਮਰਜ ਕਰਤਾ ਆ ਇੱਕ ਐਗਜ਼ਿਸਟਿੰਗ ਦੇ ਵਿੱਚ, ਐਗਜ਼ਿਸਟਿੰਗ ਹੈਲਪਲਾਈਨ ਨੰਬਰ ਨੂੰ ਮਰਜ ਕਰਕੇ ਇੱਕ ਬਣਾਤਾ ਆ 139 ਯਾਨੀ 139। ਉਸ ਤੋਂ ਬਾਅਦ ਪਾਸਪੋਰਟ ਸੇਵਾ ਕੇਂਦਰ ਇਨ ਦਿੱਲੀ ਐਂਡ ਕੋਚੀ ਟੂ ਬੀ ਕਨਵਰਟਡ ਇਨਟੂ ਆਲ ਵੂਮਨ ਸੇਵਾ ਕੇਂਦਰ। ਸਾਰੇ ਨਹੀਂ, ਮਤਲਬ ਦਿੱਲੀ ਦੇ ਵਿੱਚ ਕਾਫੀ ਹੋਣਗੇ ਵੈਸੇ ਤਾਂ, ਤੇ ਬਟ 2 ਸਪੈਸੀਫਿਕ ਨੇ ਦਿੱਲੀ ਤੇ ਕੋਚੀ ਦੇ ਵਿੱਚ ਨੇ, ਜਿਨ੍ਹਾਂ ਨੂੰ ਸੇਵਾ ਕੇਂਦਰਾਂ ਦੇ ਵਿੱਚ ਆਲ ਵੂਮਨ, ਮਤਲਬ ਕਿ ਵੂਮਨ ਰਨ ਕਰਨਗੀਆਂ। ਤੇ ਇਨ ਆਰਡਰ ਟੂ ਸੈਲੀਬ੍ਰੇਟ ਇੰਟਰਨੈਸ਼ਨਲ ਵੂਮਨਸ ਡੇ, ਆ ਦੇਖੋ ਆ ਗਈ ਉਹੀ ਗੱਲ, ਵੱਖ ਵੱਖ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾਂਦੀਆਂ ਹਨ। ਵੂਮਨਸ ਡੇ ਆਪਾਂ ਨੂੰ ਪਤਾ ਮਾਰਚ ਦੇ ਵਿੱਚ ਹੁੰਦਾ 8 ਤਰੀਕ। ਤੇ ਨੈਕਸਟ ਹੈਰੀਟੇਜ ਫਾਊਂਡੇਸ਼ਨ ਇਕਨੋਮਿਕ ਫਰੀਡਮ ਇੰਡੈਕਸ। ਹੈਰੀਟੇਜ ਫਾਊਂਡੇਸ਼ਨ ਇਕਨੋਮਿਕ ਫਰੀਡਮ ਇੰਡੈਕਸ ਦਿੰਦੀ ਆ। ਠੀਕ ਆ, ਉਹਦੇ ਵਿੱਚ ਇੰਡੀਅਨ ਇਕੋਨਮੀ ਆ ਜਿਹੜੀ ਉਹ 121ਵੀਂ ਫਰੀਐਸਟ ਕੰਟਰੀ ਇਨ ਦਾ ਵਰਲਡ, ਮਤਲਬ ਕਿ ਇਕੋਨਮੀ ਦੇ ਰਿਗਾਰਡਿੰਗ ਜੇ ਆਪਾਂ ਦੇਖੀਏ ਤਾਂ ਇੰਡੀਆ ਦੀ ਇਕੋਨਮੀ 121ਵੇਂ ਨੰਬਰ 'ਤੇ ਫਰੀਐਸਟ ਦਾ ਮਤਲਬ ਹੈ ਵੀ ਜਿਹੜੀ ਬਾਹਰੋਂ GDP ਵਗੈਰਾ ਜਾਂ ਲਾ ਲਓ ਵੀ ਕਿੰਨਾ ਕੁ ਆਪਣੀ ਜਿਹੜੀ ਇਕੋਨਮੀ ਆ ਉਹ ਐਨਕਰੇਜ ਕਰਦੀ ਆ ਬਾਹਰਲੀ ਇਨਵੈਸਟਮੈਂਟ ਨੂੰ ਇੰਡੀਆ ਦੇ ਵਿੱਚ, ਹੈ ਨਾ। ਅਤੇ ਕਾਫੀ ਰਿਸਟ੍ਰਿਕਸ਼ਨਾਂ ਹੁੰਦੀਆਂ ਨੇ, ਸਰਕਾਰ ਨੂੰ ਲਾਉਣੀਆਂ ਹੀ ਪੈਂਦੀਆਂ ਨੇ। ਅਤੇ 121ਵਾਂ ਰੈਂਕ ਆਇਆ ਇੰਡੀਆ ਦਾ, ਅਤੇ ਏਸ਼ੀਆ ਪੈਸੀਫਿਕ ਰੀਜਨ ਦੇ ਵਿੱਚ 26ਵਾਂ ਰੈਂਕ ਆ ਆਪਣਾ। ਅਤੇ ਇੰਡੈਕਸ ਜਿਹੜਾ ਉਹ ਸਿੰਗਾਪੁਰ ਨੇ ਟੌਪ ਕੀਤਾ ਲਗਾਤਾਰ ਦੂਜੇ ਸਾਲ। ਉਹ ਤੋਂ ਬਾਅਦ ਸੁਪਰ 75 ਇੱਕ ਮੈਰੀਟੋਰੀਅਸ ਸਕੀਮ ਜਿਹੜੀ ਕਿ UT ਆਫ ਜੰਮੂ ਕਸ਼ਮੀਰ ਨੇ ਲਾਂਚ ਕੀਤੀ। ਠੀਕ ਆ, ਟੂ ਸਪੋਰਟ ਐਜੂਕੇਸ਼ਨ ਆਫ ਮੈਰੀਟੋਰੀਅਸ ਗਰਲਜ਼। ਆ ਦੇਖੋ ਇਹ ਵੀ ਗਰਲਜ਼ ਬਾਰੇ ਆ ਗਿਆ। ਠੀਕ ਆ, ਵੂਮਨ ਐਮਪਾਵਰਮੈਂਟ ਦੀ ਗੱਲ ਫੇਰ ਆ ਗਈ। ਸ਼ਹੀਦ ਭਗਤ ਸਿੰਘ ਸਮਾਰਕ, ਤੇ ਸਮਾਰਕ ਆਉਣਾ ਸੀ ਆਈ ਥਿੰਕ, ਇਨੋਗਰੇਟਡ ਇਨ ਨਿਊ ਦਿੱਲੀ। ਨਿਊ ਦਿੱਲੀ ਦੇ ਵਿੱਚ ਸ਼ਹੀਦ ਭਗਤ ਸਿੰਘ ਸਮਾਰਕ ਦਾ ਉਦਘਾਟਨ ਕੀਤਾ ਗਿਆ। ਉਸ ਤੋਂ ਬਾਅਦ ਯੋਗ ਆਸਨ ਟੂ ਬੀ ਡਿਵੈਲਪਡ ਐਜ਼ ਅ ਕੰਪੈਟੀਟਿਵ ਸਪੋਰਟ ਐਂਡ ਮੇਡ ਪਾਰਟ ਆਫ ਖੇਲੋ ਇੰਡੀਆ ਯੂਥ ਗੇਮਸ। ਹੁਣ ਯੂਥ ਗੇਮਸ ਦੇ ਵਿੱਚ ਯੋਗ ਆਸਨ ਵੀ ਇਨਕਲੂਡ ਕੀਤਾ ਜਾਊਗਾ ਐਜ਼ ਅ ਕੰਪੈਟੀਟਿਵ ਸਪੋਰਟ। ਉਸ ਤੋਂ ਬਾਅਦ ਟਿਕਟੌਕ ਲਾਈਕ ਸ਼ਾਰਟ ਵੀਡੀਓ ਵਰਕ ਸਪੇਸ ਐਪ ਨੇਮਡ ਥ੍ਰੈਡਿਟ ਲਾਂਚਡ ਬਾਈ ਗੂਗਲ ਨੇ ਲਾਂਚ ਕੀਤੀ ਆ ਵਰਕ ਸਪੇਸ ਐਪ। ਟਿਕਟੌਕ ਦੇ ਨਾਲ ਮਿਲਦੀ ਜੁਲਦੀ, ਮਤਲਬ ਕਿ ਇਹ ਹੈ ਸਾਰੇ ਮਤਲਬ ਵਰਕਰਸ ਦੇ ਲਈ ਆ। ਥ੍ਰੈਡਿਟ ਉਹਦਾ ਨਾਮ ਆ। ਜਸਟਿਸ NV ਰਮੰਨਾ ਸੀਗਾ ਇੱਥੇ, RAMANA ਟੂ ਬੀ ਦਾ ਨੈਕਸਟ CJI ਆਫ ਇੰਡੀਆ। ਅਤੇ ਹੁਣ ਆਪਣੇ ਚੀਫ ਜਸਟਿਸ ਕੌਣ ਨੇ? ਉਹਨਾਂ ਨੇ ਰਿਟਾਇਰ ਹੋ ਜਾਣਾ, ਬੋਬਡੇ ਜੀ ਨੇ, ਸ਼ਰਦ ਅਰਵਿੰਦ ਬੋਬਡੇ। ਅਤੇ ਹੁਣ ਨੈਕਸਟ ਜਿਹੜੇ ਚੀਫ ਜਸਟਿਸ ਨੇ ਉਹ ਆਲਰੇਡੀ ਗੌਰਮੈਂਟ ਨੇ ਅਨਾਊਂਸਮੈਂਟ ਕਰਤੀ, NV ਰਮੰਨਾ। ਲਕਸ਼ਦੀਪ ਐਂਡ ਬੁਡਗਾਮ ਡਿਕਲੇਅਰਡ ਐਜ਼ TB ਫ੍ਰੀ। ਹੁਣ TB ਦੀ ਬਿਮਾਰੀ ਤੋਂ ਫ੍ਰੀ ਡਿਕਲੇਅਰ ਕੀਤੇ ਗਏ ਨੇ ਲਕਸ਼ਦੀਪ ਅਤੇ ਬੁਡਗਾਮ। ਬੁਡਗਾਮ ਜੰਮੂ ਕਸ਼ਮੀਰ ਦੇ ਵਿੱਚ ਆ। ਅਤੇ ਟਿਊਬਰਕਲੋਸਿਸ ਜਿਹੜੀ ਬਿਮਾਰੀ ਆ ਉਹ ਬੈਕਟੀਰੀਆ ਦੁਆਰਾ ਹੁੰਦੀ ਆ, ਇਹ ਤੁਸੀਂ ਯਾਦ ਰੱਖ ਲਿਓ। ਜਿਵੇਂ ਕਈ ਵਾਇਰਲ ਡਿਜ਼ੀਜ਼ ਹੁੰਦੀਆਂ ਨੇ, ਜਿਵੇਂ ਅੱਜ ਕੱਲ੍ਹ ਕਰੋਨਾ ਵਾਇਰਸ ਤਾਂ ਸਾਰਿਆਂ ਨੂੰ ਪਤਾ ਹੀ ਆ। ਉਸ ਤੋਂ ਬਾਅਦ ਕੋਲਰਾ ਹੋ ਗਿਆ, ਐਵੇਂ ਬੈਕਟੀਰੀਆ ਤੋਂ ਵੀ ਕਈ ਬਿਮਾਰੀਆਂ ਪੈਦਾ ਹੁੰਦੀਆਂ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਆ TB ਯਾਨੀ ਕਿ ਟਿਊਬਰਕਲੋਸਿਸ। ਉਸ ਤੋਂ ਬਾਅਦ ਅ ਵੋਲਕੈਨਿਕ ਇਰਪਸ਼ਨ ਟੁੱਕ ਪਲੇਸ ਇਨ ਆਈਸਲੈਂਡ ਆਫਟਰ 900 ਈਅਰਸ ਇਨ ਕ੍ਰਿਸੂਵਿਕ ਵੋਲਕੈਨਿਕ ਸਿਸਟਮ।
ਜਿਹੜਾ ਆਈਸਲੈਂਡ ਕੰਟਰੀ ਆ, ਆਈਸਲੈਂਡ ਯੂਰਪੀਅਨ ਕੰਟਰੀ ਆ, ਠੀਕ ਆ। ਮਤਲਬ ਇੱਥੇ ਧਰਤੀ ਦੇ ਵਿੱਚੋਂ ਚਸ਼ਮੇ ਫੁੱਟਦੇ ਰਹਿੰਦੇ ਨੇ, ਠੀਕ ਆ। ਬਹੁਤ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਐਕਟਿਵ ਆ ਥੱਲੋਂ, ਮਤਲਬ ਜੀਓਥਰਮਲ ਐਨਰਜੀ ਦਾ ਭੰਡਾਰ ਆ ਆਈਸਲੈਂਡ, ਠੀਕ ਆ। ਮਤਲਬ ਆਈਸਲੈਂਡ ਦੇ ਵਿੱਚ ਜਿਹੜੀ ਬਿਜਲੀ ਪੈਦਾ ਕੀਤੀ ਜਾਂਦੀ ਆ ਉਹਦੇ ਚੋਂ ਮੈਜੋਰਿਟੀ, ਮਤਲਬ ਮੇਰੇ ਖਿਆਲ ਨਾਲ ਆਲਮੋਸਟ ਸਾਰਾ ਆਈਸਲੈਂਡ ਹੀ ਜਿਹੜਾ ਉਹ ਜੀਓਥਰਮਲ ਐਨਰਜੀ ਨਾਲ ਹੀ ਚੱਲਦਾ, ਠੀਕ ਆ। ਤੇ 900 ਸਾਲ ਦੇ ਬਾਅਦ ਇੱਕ ਵੋਲਕੈਨੋ ਉੱਥੇ ਇਰਪਟ ਕੀਤਾ ਆ, ਤੇ ਤਾਂ ਕਰਕੇ ਨਿਊਜ਼ ਦੇ ਵਿੱਚ ਸੀਗਾ ਕਾਫੀ। ਤੇ ਰੇਕੇਵਿਕ ਉਹਨਾਂ ਦੀ ਕੈਪੀਟਲ ਆ, ਤੇ ਯਾਦ ਰੱਖ ਲਿਓ ਤੁਸੀਂ। ਉਸ ਤੋਂ ਬਾਅਦ ਵਰਲਡ 에ਅਰ ਕੁਆਲਿਟੀ ਰਿਪੋਰਟ ਜਿਹੜੀ 2020, ਹਾਂਜੀ, ਇਹਦੇ ਵਿੱਚ ਨਿਊ ਦਿੱਲੀ ਕੀ ਸੀ ਇਹ, ਐਜ਼ ਦਾ ਮੋਸਟ ਪੋਲਿਊਟਡ ਕੈਪੀਟਲ ਸਿਟੀ ਇਨ ਦਾ ਵਰਲਡ। ਓਵਰਆਲ ਤਾਂ ਦੁਨੀਆ ਦੇ ਵਿੱਚੋਂ 10ਵਾਂ ਨੰਬਰ ਸੀ। ਜ਼ਿੰਜਿਆਂਗ ਚਾਈਨਾ ਨੇ ਟੌਪ ਕੀਤਾ ਸੀਗਾ ਜੇ ਫਸਟ 'ਤੇ ਆਪਾਂ ਦੇਖੀਏ। ਤੇ ਉਸ ਤੋਂ ਬਾਅਦ ਓਵਰਆਲ ਰੈਂਕ 'ਚ ਨਿਊ ਦਿੱਲੀ ਦਾ 10ਵਾਂ ਨੰਬਰ ਸੀ। ਪਰ ਜਿਹੜੀਆਂ ਬਾਕੀ 9 ਸਿਟੀਜ਼ ਨੇ ਕੁੱਲ ਮਿਲਾ ਕੇ, ਜਾਣੀ 2 ਤੋਂ ਲੈ ਕੇ 10 ਤੱਕ, ਉਹ ਸਾਰੀਆਂ ਦੀ ਸਾਰੀਆਂ ਇੰਡੀਆ 'ਚ ਹੀ ਨੇ। ਹਾਂਜੀ, ਉਸ ਤੋਂ ਅੱਗੇ ਚੱਲਦੇ ਹਾਂ। ਆਲ ਇੰਗਲੈਂਡ ਬੈਡਮਿੰਟਨ ਟਾਈਟਲ, ਹਾਂਜੀ, ਇਹ ਵੀ ਬੈਡਮਿੰਟਨ ਦਾ ਹੀ ਟਾਈਟਲ ਆ, ਕਾਫੀ ਫੇਮਸ ਆ, ਠੀਕ ਆ। ਇਹ ਮਲੇਸ਼ੀਆ ਦੇ ਲੀ ਜੀ ਜਿਆ ਨੇ ਜਿੱਤਿਆ ਸੀਗਾ, ਤੇ ਕੁੜੀਆਂ ਦੇ ਵਿੱਚੋਂ ਜਾਪਾਨ ਦੀ ਨੋਜ਼ੂਮੀ ਓਕੂਹਾਰਾ ਨੇ ਜਿੱਤਿਆ ਸੀ। ਤੇ ਇਧਰੋਂ ਮੁੰਡਿਆਂ ਦੇ ਫਾਈਨਲ ਦੇ ਵਿੱਚ ਵਿਕਟਰ ਐਕਸਲਸਨ ਨੂੰ ਇਹਨੇ ਹਰਾਇਆ ਸੀਗਾ ਇਸ ਟੂਰਨਾਮੈਂਟ ਦੇ ਵਿੱਚ, ਜਿਹੜਾ ਕਿ ਪਹਿਲਾਂ ਪਿੱਛੇ ਆਪਾਂ ਟੂਰਨਾਮੈਂਟ ਦੀ ਗੱਲ ਕੀਤੀ ਆ, ਵਿਨਰ ਸੀਗਾ ਨਾ ਡੈਨਮਾਰਕ ਦਾ। ਤੇ ਕੁੜੀਆਂ ਦੇ ਵਿੱਚੋਂ ਨੋਜ਼ੂਮੀ ਓਕੂਹਾਰਾ ਨੇ ਕਿਹਨੂੰ ਹਰਾਇਆ ਮੈਨੂੰ ਪਤਾ ਨਹੀਂ, ਕਿਉਂਕਿ ਇਹ ਮੈਚ ਮੁੰਡਿਆਂ ਵਾਲਾ ਤਾਂ ਮੈਂ ਦੇਖਿਆ ਸੀ। ਉਸ ਤੋਂ ਬਾਅਦ ਬਿਹਾਰ ਬਿਕੇਮ ਦਾ ਫਸਟ ਸਟੇਟ ਇਨ ਦਾ ਕੰਟਰੀ ਟੂ ਅਲਾਓ ਐਥਾਨੋਲ ਪ੍ਰਮੋਸ਼ਨ ਪੋਲਿਸੀ। ਹੈ ਨਾ, ਐਥਾਨੋਲ ਪ੍ਰਮੋਸ਼ਨ ਪੋਲਿਸੀ, ਐਥਾਨੋਲ ਕੀ ਹੁੰਦੀ ਹੈ, ਬੇਸਿਕਲੀ ਸ਼ਰਾਬ ਹੁੰਦੀ ਆ, ਠੀਕ ਆ। ਐਥਾਨੋਲ ਪ੍ਰਮੋਸ਼ਨ ਪੋਲਿਸੀ ਦਾ ਮਤਲਬ ਇਹ ਆ ਵੀ ਪਹਿਲਾਂ ਜਿਵੇਂ ਸ਼ੂਗਰ ਕੇਨ ਤੋਂ ਸ਼ਰਾਬ ਬਣਦੀ ਆ ਨਾ, ਤੇ ਐਵੇਂ ਹੀ ਗੌਰਮੈਂਟ ਨੇ ਕਿਹਾ ਵੀ ਸਬਸਿਡੀ ਦਿੱਤੀ ਜਾਊਗੀ, ਤੁਸੀਂ ਹੋਰ ਤਰੀਕਿਆਂ ਨਾਲ ਸੋਰਸਿਸ ਤੋਂ ਵੀ ਸ਼ਰਾਬ ਬਣਾ ਸਕਦੇ ਹੋ, ਜਿਵੇਂ ਚੌਲ ਹੋ ਗਏ, ਹੈ ਨਾ। ਤੇ ਉਸ ਤੋਂ ਪਹਿਲਾਂ, ਉਸ ਤੋਂ ਬਾਅਦ ਇੱਕ ਹੋਰ ਲਾਓ ਤੁਸੀਂ ਹਿਸਾਬ ਕੀ ਤੋਂ ਬਣ ਸਕਦੀ ਹੈ ਸ਼ਰਾਬ ਹੋਰ, ਗ੍ਰੇਪਸ ਵਗੈਰਾ, ਠੀਕ ਆ। ਤੇ ਪਹਿਲਾਂ ਜਾਣੀ ਬਿਹਾਰ ਨੇ ਲਿਕਵਰ ਤੇ ਬੈਨ ਵੀ ਲਾਇਆ ਹੋਇਆ ਸੀ, ਪਰ ਹੁਣ ਪਤਾ ਨਹੀਂ ਐਥਾਨੋਲ ਪ੍ਰਮੋਸ਼ਨ ਪਾਲਿਸੀ ਰਿਲੀਜ਼ ਕੀਤੀ ਹੈ ਇਹਨਾਂ ਨੇ। ਕਈ ਗੱਲਾਂ ਹੋ ਜਾਂਦੀਆਂ ਨੇ ਇਹ ਜਿਹੀਆਂ ਹੈਰਾਨੀਜਨਕ। ਤੇ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਇੰਡੀਆ ਰੈਂਕਡ 139 ਇਨ UN ਵਰਲਡ ਹੈਪੀਨੈਸ ਰਿਪੋਰਟ ਵਿਦ ਫਿਨਲੈਂਡ ਟੋਪਿੰਗ ਦਾ ਰੈਂਕਿੰਗਸ। ਹੁਣ 139ਵਾਂ ਰੈਂਕ ਆਇਆ ਹੈਪੀਨੈਸ ਇੰਡੈਕਸ, ਬਹੁਤ ਜ਼ਿਆਦਾ ਪਿੱਛੇ ਆਪਾਂ, ਤੇ ਜੇ ਦੇਖਿਆ ਜਾਵੇ UN ਵਰਲਡ ਹੈਪੀਨੈਸ ਰਿਪੋਰਟ ਦੇ ਵਿੱਚ, ਠੀਕ ਆ। ਤੇ ਫਿਨਲੈਂਡ ਯਾਨੀ ਕਿ ਯੂਰਪੀਅਨ ਕੰਟਰੀ ਆ, ਇਹ ਤਾਂ ਆਲਮੋਸਟ ਟੌਪ 'ਤੇ ਹੀ ਹੁੰਦੀਆਂ ਨੇ ਸਾਰੀਆਂ ਵੈਸਟਰਨ ਯੂਰਪੀਅਨ ਕੰਟਰੀਜ਼ ਨਾ, ਜਿੰਨੀਆਂ ਨਾਰਵੇ, ਡੈਨਮਾਰਕ, ਸਵੀਡਨ, ਫਿਨਲੈਂਡ, ਇਹਨਾਂ 'ਚੋਂ ਕੋਈ ਨਾ ਕੋਈ ਟੌਪ ਕਰਦਾ ਇਹ ਜਿਹੇ ਇੰਡੈਕਸ ਹਰ ਸਾਲ। ਤੇ ਇਸ ਵਾਰ ਇੰਡੀਆ ਦਾ 139 ਰੈਂਕ ਆ, ਪਹਿਲਾਂ 140 ਸੀ। ਉਸ ਤੋਂ ਬਾਅਦ ਰਿਜ਼ ਅਹਿਮਦ ਬਿਕੇਮ ਦਾ ਫਸਟ ਮੁਸਲਿਮ ਐਕਟਰ ਟੂ ਬੀ ਨੋਮੀਨੇਟਡ ਫॉर ਬੈਸਟ ਐਕਟਰ ਇਨ ਆਸਕਰਜ਼ 2021 ਫॉर ਸਾਊਂਡ ਆਫ ਮੈਟਲ। ਹੁਣ ਰਿਜ਼ ਅਹਿਮਦ ਪਾਕਿਸਤਾਨੀ ਬ੍ਰਿਟਿਸ਼ ਐਕਟਰ ਆ, ਤੇ ਪਹਿਲਾ ਮੁਸਲਿਮ ਐਕਟਰ ਬਣਿਆ ਜਿਹੜਾ ਕਿ ਬੈਸਟ ਐਕਟਰ ਦੇ ਲਈ ਨੋਮੀਨੇਟ ਕੀਤਾ ਗਿਆ, ਤੇ ਸਾਊਂਡ ਆਫ ਮੈਟਲ ਫਿਲਮ ਦੇ ਲਈ। ਸਵਿਟਜ਼ਰਲੈਂਡ, ਹੁਣ ਅੱਗੇ ਆਪਾਂ ਦੇਖ ਲੈਂਦੇ ਹਾਂ ਸਟੈਟਿਕ ਇਨਫੋਰਮੇਸ਼ਨ, ਹੈ ਨਾ। ਤੇ ਇਹ ਸਾਰੇ ਕਰੰਟ ਆਪਾਂ ਨੇ ਦੇਖ ਲਏ। ਹੁਣ ਥੋੜ੍ਹੇ ਜਿਹੇ ਕੁਛ ਕੁ ਸਟੈਟਿਕ ਪੁਆਇੰਟ ਇਹਦੇ 'ਚ ਐਡ ਕੀਤੇ ਸੀਗੇ। ਸਵਿਟਜ਼ਰਲੈਂਡ ਯੂਰਪੀਅਨ ਕੰਟਰੀ ਆ, ਉਹਦੀ ਕੈਪੀਟਲ ਹੈਗੀ ਆ ਬਰਨ, ਕਿਉਂਕਿ ਸਵਿਸ ਓਪਨ ਦੀ ਆਪਾਂ ਪਿੱਛੇ ਜਿਹੇ ਨਿਊਜ਼ ਦੇਖੀ ਸੀਗੀ। ਤੇ ਲਾਰਜੈਸਟ ਸਿਟੀ ਉੱਥੇ ਜ਼ਿਊਰਿਕ ਆ, ਠੀਕ ਆ। ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੀ ਲਾਰਜੈਸਟ ਸਿਟੀ ਹੋਊਗੀ ਕਿਸੇ ਵੀ ਕੰਟਰੀ ਦੀ ਵੀ ਉਹੀ ਕੈਪੀਟਲ ਹੋਊਗੀ, ਹੈ ਨਾ। ਤੇ ਸਵਿਟਜ਼ਰਲੈਂਡ ਦੀ ਕੈਪੀਟਲ ਬਰਨ ਆ, ਤੇ ਲਾਰਜੈਸਟ ਸਿਟੀ ਜ਼ਿਊਰਿਕ। ਉਸ ਤੋਂ ਬਾਅਦ ਉੱਤਰਾਖੰਡ ਦੇ ਨਾਲ ਰਿਲੇਟਡ ਆਪਾਂ ਨੇ ਦੇਖੀ ਸੀ ਨਿਊਜ਼, ਉਹਦਾ ਨਵਾਂ CM ਬਣਿਆ ਤੀਰਥ ਸਿੰਘ ਰਾਵਤ, ਠੀਕ ਹੈ। ਯਾਦ ਰੱਖ ਲਿਓ ਤੁਸੀਂ ਤੀਰਥ ਸਿੰਘ ਰਾਵਤ, ਕਾਫੀ ਨਿਊਜ਼ 'ਚ ਵੀ ਚਰਚਾ 'ਚ ਵੀ ਰਹਿੰਦੇ ਨੇ, ਸਟੇਟਮੈਂਟਾਂ ਇਹ ਦਿੱਤੀਆਂ ਕਈ ਹੁਣੇ ਰੀਸੈਂਟ, ਬਹੁਤ ਹੈਰਾਨੀਜਨਕ, ਤੇ ਤੁਹਾਨੂੰ ਸ਼ਾਇਦ ਪਤਾ ਹੀ ਹੋਣਾ। ਉਸ ਤੋਂ ਬਾਅਦ ਵਿਨੇਸ਼ ਫੋਗਟ ਇਜ਼ ਆਲਸੋ ਰਾਜੀਵ ਗਾਂਧੀ ਖੇਲ ਰਤਨ ਅਵਾਰਡੀ। ਹਾਂਜੀ, ਰਾਜੀਵ ਗਾਂਧੀ ਖੇਲ ਰਤਨ ਜਿਹੜਾ ਸਪੋਰਟਸ ਦਾ ਬਿਗੈਸਟ ਇੱਕ ਪ੍ਰਾਈਜ਼ ਆ, ਠੀਕ ਆ। ਤੇ ਇਹਦੀ ਪ੍ਰਾਈਜ਼ ਮਨੀ ਵੀ ਪਿੱਛੇ ਜਿਹੇ ਇਨਕਰੀਜ਼ ਕੀਤੀ ਸੀਗੀ ਸਰਕਾਰ ਨੇ। ਤੇ ਇਹ ਵਿਨੇਸ਼ ਫੋਗਟ ਨੂੰ ਆਲਰੇਡੀ ਮਿਲ ਚੁੱਕਿਆ। ਪਿਛਲੇ ਸਾਲ ਇਹ 5 ਜਣਿਆਂ ਦੀ ਲਿਸਟ ਸੀਗੀ। ਮੋਨਿਕਾ ਬੱਤਰਾ ਟੇਬਲ ਟੈਨਿਸ ਨਾਲ ਸੰਬੰਧਿਤ ਸੀਗੇ, ਥੰਗਵੇਲੂ ਸੀਗਾ ਪੈਰਾ ਐਥਲੈਟਿਕਸ ਦੇ ਨਾਲ ਸੰਬੰਧਿਤ, ਤੇ ਰੋਹਿਤ ਸ਼ਰਮਾ ਸੀ,
ਤੇ ਰਾਣੀ ਰਾਮਪਾਲ ਸੀ। ਕੁੱਲ ਮਿਲਾ ਕੇ ਇਹ 5 ਜਾਣੇ ਸੀਗੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਸੀ। ਉਸ ਤੋਂ ਬਾਅਦ ਤਾਮਿਲਨਾਡੂ ਸੀਐਮ ਐਡਾਪੱਡੀ ਕੇ ਪਲਾਨੀ ਸਵਾਮੀ, ਹਾਂਜੀ ਤਾਮਿਲਨਾਡੂ ਦੇ ਸੀਐਮ ਨੇ ਪਲਾਨੀ ਸਵਾਮੀ। ਉਸ ਤੋਂ ਬਾਅਦ ਉੜੀਸਾ ਦੇ ਸੀਐਮ ਨਵੀਨ ਪਟਨਾਇਕ ਜੀ ਨੇ। ਉਸ ਤੋਂ ਬਾਅਦ ਮਨੋਜ ਸਿਨਹਾ ਇਜ਼ ਦਾ ਲੈਫਟੀਨੈਂਟ ਗਵਰਨਰ ਆਫ ਲਿeutenant ਗਵਰਨਰ ਆਫ JNK, ਜੰਮੂ ਕਸ਼ਮੀਰ ਦੇ, ਠੀਕ ਆ ਇਹ। ਤੇ RK ਮਾਥੁਰ ਇਜ਼ ਦਾ ਲਿeutenant ਗਵਰਨਰ ਆਫ ਲੱਦਾਖ, ਠੀਕ ਆ। ਹੁਣ 2 ਯੂਟੀਆਂ ਬਣ ਗਈਆਂ, ਆਪਾਂ ਨੂੰ ਪਤਾ ਪਹਿਲਾਂ 29 ਸਟੇਟਸ ਸੀਗੀਆਂ ਤੇ ਫਿਰ ਜੰਮੂ ਕਸ਼ਮੀਰ ਨੂੰ ਯੂਟੀ 'ਚ ਕਨਵਰਟ ਕਰਤਾ, ਫਿਰ ਲਦਾਖ ਵੀ ਯੂਟੀ ਬਣ ਗਈ, ਠੀਕ ਆ। ਹੁਣ 28 ਹੋ ਗਈਆਂ ਤੇ ਯੂਟੀਜ਼ 8 ਹੋ ਗਈਆਂ, ਠੀਕ ਆ, ਕਿਉਂਕਿ 2 ਯੂਟੀਜ਼ ਨੂੰ ਆਪਸ 'ਚ ਇਹਨਾਂ ਨੇ ਮਰਜ ਕਰਤਾ ਸੀਗਾ, ਦਾਦਰਾ ਨਗਰ ਹਵੇਲੀ ਤੇ ਦਮਨ ਐਂਡ ਦਿਊ, ਠੀਕ ਆ। ਪਹਿਲਾਂ 7 ਸੀਗੀਆਂ, ਫਿਰ ਉਹਨਾਂ ਨੂੰ ਮਤਲਬ ਕਿ ਫਿਰ ਇਹ 2 ਬਣ ਗਈਆਂ, 9 ਹੋ ਗਈਆਂ, ਫਿਰ ਉਹ ਦੋਨਾਂ ਨੂੰ ਮਰਜ ਕਰਤਾ ਤਾਂ 8 ਰਹਿ ਗਈਆਂ। ਹੁਣ 28 ਸਟੇਟਸ ਤੇ 8 ਯੂਟੀਜ਼ ਨੇ, ਕੁੱਲ ਮਿਲਾ ਕੇ 36, ਠੀਕ ਆ। ਤੇ ਬਸ ਇਹੀ ਸੀਗਾ ਇਸ ਵੀਡੀਓ ਦੇ ਵਿੱਚ, ਇੰਨੀ ਹਾਜ਼ਰੀ ਕਬੂਲ ਕਰਿਓ, ਮੇਰੇ ਹਿਸਾਬ ਨਾਲ ਤਾਂ ਕਾਫੀ ਆ। ਤੇ ਬਾਕੀ ਟੱਚ 'ਚ ਰਹੋ, ਪਟਵਾਰੀ ਦਾ ਪੇਪਰ ਜਾਂ ਹੋਰ ਪੇਪਰ ਡਿਲੇ ਸਾਰੇ ਹੋ ਰਹੇ ਨੇ ਕਰੋਨਾ ਕਰਕੇ, ਤਾਂ ਇਸ ਲਈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਕਦੇ ਨਾ ਕਦੇ ਤਾਂ ਕਹਿੰਦੇ ਨੇ ਸਵੇਰਾ ਹੋਊਗਾ, ਤਾਂ ਕਦੇ ਨਾ ਕਦੇ ਤਾਂ ਪੇਪਰ ਹੋਊਗਾ। ਤੇ ਹੋਪਫੁਲੀ ਪੇਪਰ ਛੇਤੀ ਤੋਂ ਛੇਤੀ ਹੋਣ ਤੇ ਪੇਪਰ ਕਲੀਅਰ ਹੋਣ ਤਾਂ ਚੰਗੀ ਗੱਲ ਆ। ਕਾਫੀ ਜ਼ੋਰ ਲੱਗਿਆ ਵੀਡੀਓ ਬਣਾਉਣ 'ਤੇ, ਕਿਰਪਾ ਕਰਕੇ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਠੀਕ ਆ, ਲਾਈਕ ਵੀ ਕਰ ਦਿਓ ਜੇ ਚੰਗੀ ਲੱਗੀ। ਕੋਈ 19-21 ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਸੁਜੈਸ਼ਨਾਂ ਤੁਹਾਡੀਆਂ ਹਮੇਸ਼ਾ ਵੈਲਕਮ ਨੇ। ਥੱਲੇ ਕਮੈਂਟ ਸੈਕਸ਼ਨ 'ਚ ਤੁਸੀਂ ਸੁਜੈਸ਼ਨਾਂ ਦੇ ਸਕਦੇ ਹੋ। ਫੇਸਬੁੱਕ 'ਤੇ ਵੀ ਮੈਨੂੰ ਕੋਂਟੈਕਟ ਕਰ ਸਕਦੇ ਹੋ ਤੁਸੀਂ ਕਰਨਾ ਹੋਇਆ, ਠੀਕ ਆ। ਤਨਵੀਰ ਸੰਧੂ 195 ਯੂਜ਼ਰ ਨੇਮ, ਠੀਕ ਆ। ਬਾਕੀ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਰਿਕੁਐਸਟ ਹੋਊਗੀ ਤਾਂ ਪਲੀਜ਼ ਕਮੈਂਟ ਕਰਕੇ ਦੱਸ ਦਿਆ ਕਰੋ, ਠੀਕ ਹੈ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।